ਸਤਿ ਸ੍ਰੀ ਅਕਾਲ ਦੋਸਤੋ, ਤੁਹਾਡਾ ਸਭ ਦਾ ਸਵਾਗਤ ਹੈ ਤੁਹਾਡੀ ਆਪਣੀ ਅਕੈਡਮੀ ਗਿਆਨ ਵਿਰਾਸਤ ਅਕੈਡਮੀ। ਦੋਸਤੋ, ਅੱਜ ਆਪਾਂ ਤੁਹਾਡੇ ਲਈ ਮਾਡਰਨ ਹਿਸਟਰੀ ਦੇ PCS ਲੈਵਲ ਦੇ ਕੁਐਸਚਨਸ ਲੈ ਕੇ ਆਏ ਹਾਂ, ਜੋ ਤੁਹਾਡੇ ਆਉਣ ਵਾਲੇ ਪੇਪਰਾਂ ਦੇ ਲਈ ਬਹੁਤ ਲਾਭਦਾਇਕ ਸਾਬਿਤ ਹੋ ਸਕਦੇ ਹਨ। ਹੋ ਸਕਦਾ ਹੈ ਕਿ ਇਸ ਤਰ੍ਹਾਂ ਦੇ ਕੁਐਸਚਨਸ ਤੁਹਾਨੂੰ ਪੇਪਰ ਦੇ ਵਿੱਚ ਦੇਖਣ ਨੂੰ ਮਿਲ ਜਾਣ, ਕਿਉਂਕਿ ਅੱਜ ਕੱਲ੍ਹ ਪੇਪਰ ਦਾ ਜੋ ਲੈਵਲ ਹੈ ਉਹ ਥੋੜ੍ਹਾ ਵੱਧ ਰਿਹਾ ਹੈ। ਤਾਂ ਇਸ ਕਰਕੇ ਤੁਹਾਡੇ ਲਈ ਇੱਦਾਂ ਦੇ ਸੋਹਣੇ ਜਿਹੇ ਕੁਐਸਚਨ ਲੈ ਕੇ ਆਏ ਹਾਂ, ਜਿਨ੍ਹਾਂ ਦੀ ਆਪਾਂ ਨੂੰ ਉਮੀਦ ਹੈ ਕਿ ਇਹ ਪੇਪਰ ਦੇ ਵਿੱਚ ਆਪਾਂ ਨੂੰ ਆ ਸਕਦੇ ਹਨ। ਤਾਂ ਦੋਸਤੋ, ਪਹਿਲਾ ਕੁਐਸਚਨ ਕੀ ਹੈ? ਵਿਦ ਰੈਫਰੈਂਸ ਟੂ ਗੋਆਸ ਲਿਬਰੇਸ਼ਨ ਸਟਰਗਲ ਕੰਸੀਡਰ ਦਾ ਫੋਲੋਇੰਗ ਸਟੇਟਮੈਂਟ। ਕਹਿੰਦਾ ਸਟੇਟਮੈਂਟ ਦਿੱਤੀਆਂ ਹੋਈਆਂ, ਇਹਨਾਂ 'ਚ ਦੱਸਣਾ ਆਪਾਂ ਕਿ ਸਟੇਟਮੈਂਟ ਪਹਿਲੀ ਸਹੀ ਹੈ ਜਾਂ ਦੂਜੀ ਸਹੀ ਹੈ, ਜਾਂ ਫਿਰ ਦੋਨੋਂ ਸਹੀ ਹੈ ਜਾਂ ਦੋਨੋਂ ਗਲਤ ਹੈ। ਠੀਕ ਹੈ, ਆਪਣੇ ਕੋਲ ਇਹ ਹੈ। ਤਾਂ ਗੋਆ ਵਾਜ਼ ਅ ਕਲੋਨੀ ਅੰਡਰ ਫ੍ਰੈਂਚ ਰੂਲ। ਕਹਿੰਦਾ ਇਹ ਜਿਹੜੇ ਫਰਾਂਸੀਸੀ ਸੀ ਉਹਨਾਂ ਦੇ ਅੰਡਰ ਇੱਕ ਕਲੋਨੀ ਬਣੀ ਹੋਈ ਸੀ ਜੋ ਗੋਆ ਸੀ। ਠੀਕ ਹੈ, ਜਾਂ ਫਿਰ ਗੋਆ ਜਿਹੜਾ ਹੈ ਉਹ ਆਜ਼ਾਦ ਹੋਇਆ ਕਦੋਂ? 1947 ਦੀ, ਜਦੋਂ ਸਾਨੂੰ ਆਜ਼ਾਦੀ ਮਿਲੀ ਉਸ ਤੋਂ ਬਾਅਦ। ਤਾਂ ਦੱਸੋ ਬਈ, ਗੋਆ ਜਿਹੜਾ ਕਲੋਨੀ ਸੀ ਫ੍ਰੈਂਚ ਦੇ ਅੰਦਰ ਸੀ, ਠੀਕ ਹੈ, ਫ੍ਰੈਂਚ ਦੇ ਮਤਲਬ ਫਰਾਂਸੀਸੀਆਂ ਦੇ ਅੰਡਰ ਸੀ, ਜਾਂ ਫਿਰ ਗੋਆ ਨੂੰ ਆਜ਼ਾਦੀ ਮਿਲੀ ਸੀ ਕੁਝ ਸਾਲਾਂ ਬਾਅਦ ਜਦੋਂ ਇੰਡੀਆ ਆਜ਼ਾਦ ਹੋ ਗਿਆ ਉਸ ਤੋਂ ਬਾਅਦ। ਤਾਂ ਦੱਸੋ ਬਈ, ਇਹਦੇ 'ਚ ਆਪਸ਼ਨਸ ਨੇ ਤੁਹਾਡੇ ਕੋਲ, ਕਿਹੜੀ ਆਪਸ਼ਨ ਸਹੀ ਹੈ? ਕੱਲਾ ਪਹਿਲਾ ਸਹੀ ਹੈ, ਦੂਜਾ ਸਹੀ ਹੈ, ਜਾਂ ਫਿਰ ਪਹਿਲਾ ਤੇ ਦੂਜਾ ਦੋਨੋਂ ਸਹੀ ਹੈ, ਜਾਂ ਫਿਰ ਇੱਕ ਵੀ ਸਹੀ ਨਹੀਂ ਹੈ, ਨਾ ਪਹਿਲਾ ਨਾ ਦੂਜਾ। ਤਾਂ ਦੇਖੋ ਦੋਸਤੋ ਮਿੱਤਰ ਪਿਆਰਿਓ, ਤੁਹਾਨੂੰ ਇੱਕ ਚੀਜ਼ ਦੱਸਣੀ ਚਾਹੂੰਗਾ ਕਿ ਗੋਆ ਪਹਿਲੀ ਗੱਲ ਤਾਂ ਫਰਾਂਸੀਸੀਆਂ ਦੇ ਅੰਡਰ ਨਹੀਂ ਸੀ। ਗੋਆ ਕਿਸ ਦੇ ਅੰਡਰ ਸੀ? ਪੁਰਤਗਾਲੀਆਂ ਦੇ। ਕਿਹਦੇ ਅੰਡਰ ਸੀ ਵੀ? ਪੁਰਤਗਾਲੀਆਂ ਦੇ ਅੰਡਰ ਸੀ, ਪੋਰਟਗੀਜ਼ ਦੇ। ਠੀਕ ਹੈ, ਇਹਨਾਂ ਦੇ ਅੰਡਰ ਸੀ। ਇਹਨਾਂ ਨੇ 1510 ਦੇ ਵਿੱਚ ਲਗਭਗ ਕੈਪਚਰ ਕੀਤਾ ਸੀ। ਅਲਫੋਂਸੋ ਡੀ ਐਲਬਕਰਕ ਇਹਨਾਂ ਦਾ ਆਇਆ ਸੀ। ਠੀਕ ਹੈ ਜੀ, ਅਲਫੋਂਸੋ ਆਇਆ ਸੀ ਇਹਨਾਂ ਦਾ, ਉਹਨੇ ਹੀ ਗੋਆ ਨੂੰ ਕੈਪਚਰ ਕੀਤਾ ਸੀ, ਮਤਲਬ ਆਪਣੇ ਕਬਜ਼ੇ 'ਚ ਲਿਆ ਸੀ, ਜਾਂ ਕਹਿ ਲਓ। ਠੀਕ ਹੈ, ਤਾਂ ਜਦੋਂ ਗੋਆ ਜੋ ਸੀ ਆਜ਼ਾਦੀ ਤੋਂ, ਸਾਡੀ ਆਜ਼ਾਦੀ ਕਦੋਂ ਮਿਲੀ ਸਾਨੂੰ? 15 ਅਗਸਤ 1947 ਨੂੰ, ਹੈ ਨਾ। ਉਦੋਂ ਤੱਕ ਵੀ ਗੋਆ ਆਜ਼ਾਦ ਨਹੀਂ ਹੋਇਆ ਦੋਸਤੋ। ਗੋਆ ਫਿਰ ਜਾ ਕੇ ਕਦੋਂ ਆਜ਼ਾਦ ਹੋਇਆ? ਤਾਂ ਗੋਆ ਆਜ਼ਾਦ ਹੋਇਆ ਮਿੱਤਰ ਪਿਆਰਿਓ 19 ਦਸੰਬਰ 1961 ਦੇ ਵਿੱਚ। 19 ਦਸੰਬਰ 1961 ਦੇ ਵਿੱਚ। ਉਹ ਵੀ ਕਦੋਂ? ਜਦੋਂ ਅਸੀਂ ਇੱਥੇ ਚਲਾਇਆ ਕੀ? ਆਪਰੇਸ਼ਨ ਵਿਜੇ। ਆਪਰੇਸ਼ਨ ਕਿਹੜਾ ਚਲਾਇਆ ਇੱਥੇ? ਵਿਜੇ। ਵਿਜੇ ਦਾ ਮਤਲਬ ਕੀ ਹੁੰਦਾ? ਜਿੱਤ। ਠੀਕ ਹੈ, ਤਾਂ ਆਪਰੇਸ਼ਨ ਵਿਜੇ ਚਲਾਇਆ, ਜਿਸ ਦੇ ਤਹਿਤ ਅਸੀਂ ਗੋਆ ਨੂੰ ਫਿਰ ਦੁਬਾਰਾ ਸਾਡੇ ਭਾਰਤ ਦੇ ਨਕਸ਼ੇ ਹੇਠ ਲੈ ਕੇ ਆਏ। ਨਕਸ਼ੇ ਹੇਠ ਕਹਿ ਲਓ, ਜਾਂ ਕਹਿ ਲਓ ਵੀ ਆਜ਼ਾਦ ਕਰਵਾਇਆ ਸੀ ਪੁਰਤਗਾਲੀਆਂ ਤੋਂ। ਪੁਰਤਗਾਲੀ ਹਾਲੇ ਵੀ ਨਹੀਂ ਜਾ ਰਹੇ ਸੀ, ਇੰਨੇ ਢੀਠ ਹੋ ਗਏ ਸੀ। ਅੰਗਰੇਜ਼ ਚਲੇ ਗਏ, ਪੁਰਤਗਾਲੀ ਨਹੀਂ ਜਾ ਰਹੇ ਸੀ, ਦੇਖੋ। ਠੀਕ ਹੈ, ਤਾਂ 19 ਦਸੰਬਰ 1961 ਨੂੰ ਅਸੀਂ ਦੁਬਾਰਾ ਸਾਡਾ ਜਿਹੜਾ ਗੋਆ ਸੀ ਉਹਨੂੰ ਲਿਬਰੇਟ ਕਰਾ ਲਿਆ, ਆਜ਼ਾਦ ਕਰਾ ਲਿਆ। ਵੈਸੇ ਸਾਨੂੰ ਆਜ਼ਾਦੀ 15 ਅਗਸਤ 1947 ਨੂੰ ਮਿਲ ਗਈ ਸੀ। ਤੇ ਪਾਕਿਸਤਾਨ ਦੀ ਆਜ਼ਾਦੀ ਦਿਵਸ ਦੋਸਤੋ 14 ਅਗਸਤ ਨੂੰ ਮਨਾਉਂਦਾ ਹੈ ਪਾਕਿਸਤਾਨ ਆਪਣਾ ਆਜ਼ਾਦੀ ਦਿਵਸ। ਠੀਕ ਹੈ ਜੀ, ਤਾਂ ਇਹ ਭਰਾਵਾਂ ਦਾ ਬਟਵਾਰਾ ਹੋਇਆ ਸੀ, ਤੁਹਾਨੂੰ ਪਤਾ ਹੀ ਹੈ, 14 ਤੇ 15 ਅਗਸਤ ਦਾ। ਠੀਕ ਹੈ, ਤਾਂ ਕੋਈ ਗੱਲ ਨਹੀਂ, ਚਲੋ ਪਰਮਾਤਮਾ ਖੈਰ ਸੁਖ ਰੱਖੇ, ਕਦੇ ਤਾਂ ਸਾਡਾ ਹੋਊਗਾ ਹੀ। ਤਾਂ ਦੇਖੋ, ਫ੍ਰੈਂਚ ਰੂਲ ਮਤਲਬ ਆਹ ਵਾਲੀ ਪਹਿਲੀ ਆਪਸ਼ਨ ਗਲਤ ਹੋ ਗਈ। ਤਾਂ ਰਹਿ ਗਈ ਕਿਹੜੀ ਦੋਸਤੋ? ਦੂਜੀ ਆਪਸ਼ਨ, ਕਿ 1947 ਤੋਂ ਬਾਅਦ ਸਾਡਾ ਕੀ ਹੋਇਆ? ਗੋਆ ਆਜ਼ਾਦ ਹੋਇਆ। ਠੀਕ ਹੈ ਜੀ, ਤਾਂ ਆਪਸ਼ਨ ਨੰਬਰ ਬੀ ਕੀ ਹੋ ਗਿਆ ਸਾਡਾ ਰਾਈਟ ਆਂਸਰ? ਦੂਜੀ ਆਪਸ਼ਨ 19 ਦਸੰਬਰ 1961। ਭੁੱਲਣਾ ਨਹੀਂ ਹੈ, ਆਪਰੇਸ਼ਨ ਕਿਹੜਾ ਚਲਾਇਆ? ਵਿਜੇ। ਕੁਐਸਚਨ ਆਉਂਦੇ ਹੁੰਦੇ ਹੈ। ਕਿਹਨੇ ਕੈਪਚਰ ਕੀਤਾ ਸੀ ਗੋਆ? ਅਲਫੋਂਸੋ ਡੀ ਐਲਬਕਰਕ ਨੇ। ਠੀਕ ਹੈ ਜੀ, ਨੈਕਸਟ ਕੁਐਸਚਨ ਵੱਲ ਮੂਵ ਕਰਦੇ ਹਾਂ ਮਿੱਤਰ ਪਿਆਰਿਓ। ਤਾਂ ਦੇਖੋ ਕੀ ਹੈ? ਕੰਸੀਡਰ ਦ ਫੋਲੋਇੰਗ ਸਟੇਟਮੈਂਟਸ ਰਿਗਾਰਡਿੰਗ ਦਾ ਚੌਰੀ ਚੌਰਾ ਇੰਸੀਡੈਂਟ। ਚੌਰੀ ਚੌਰਾ ਇੰਸੀਡੈਂਟ ਜਿਹੜਾ ਹੋਇਆ ਸੀ ਉਹਦੇ ਸੰਬੰਧ 'ਚ ਕੁਝ ਤੁਹਾਨੂੰ ਸਟੇਟਮੈਂਟਸ ਦਿੱਤੀਆਂ। ਦ ਇੰਸੀਡੈਂਟ ਟੁੱਕ ਪਲੇਸ ਔਨ ਦ ਅਰਾਈਵਲ ਆਫ ਸਾਈਮਨ ਕਮਿਸ਼ਨ ਇਨ ਇੰਡੀਆ। ਕਹਿੰਦੇ ਜਦੋਂ ਸਾਈਮਨ ਕਮਿਸ਼ਨ ਆਇਆ ਸੀ ਇੰਡੀਆ 'ਚ, ਉਦੋਂ ਚੌਰੀ ਚੌਰਾ ਦੀ ਘਟਨਾ ਹੋਈ। ਠੀਕ ਹੈ, ਉਹਦੇ ਵਿਰੋਧ 'ਚ ਕਹਿ ਲਓ ਵੀ। ਠੀਕ ਹੈ, ਜਾਂ ਫਿਰ ਮਹਾਤਮਾ ਗਾਂਧੀ ਜੀ ਨੇ ਕੀ ਕੀਤਾ? ਜਿਹੜਾ ਆਪਣਾ ਸਿਵਲ ਡਿਸਓਬੀਡੀਐਂਸ ਮੂਵਮੈਂਟ ਚਲਾਇਆ ਸੀ, ਮਤਲਬ ਆਪਾਂ ਕਹਿ ਲਈਏ ਵੀ ਗਾਂਧੀ ਜੀ ਉਸ ਸਮੇਂ ਬਾਈਕਾਟ ਕਰ ਰਹੇ ਸੀ ਅੰਗਰੇਜ਼ਾਂ ਦਾ। ਤਾਂ ਕਹਿ ਰਹੇ ਸੀ ਨਾ ਮਿਲਵਰਤਨ ਅੰਦੋਲਨ ਜਿਹੜਾ ਚਲਾਇਆ ਸੀ ਉਹਨਾਂ ਨੇ ਇੱਕ ਤਰ੍ਹਾਂ ਦਾ। ਠੀਕ ਹੈ, ਸਿਵਲ ਡਿਸਓਬੀਡੀਐਂਸ ਮੂਵਮੈਂਟ, ਸਿਵਲ ਨਾ ਫਰਮਾਨੀ ਅੰਦੋਲਨ ਇਹਨੂੰ ਕਹਿੰਦੇ ਹੈ। ਠੀਕ ਹੈ, ਤਾਂ ਉਹ ਗਾਂਧੀ ਜੀ ਨੇ ਆਪਣਾ ਜੋ ਚਲਾਇਆ ਸੀ ਉਹ ਵਾਪਸ ਲੈ ਲਿਆ ਇਸ ਇੰਸੀਡੈਂਟ ਤੋਂ ਬਾਅਦ, ਚੌਰੀ ਚੌਰਾ ਦੀ ਘਟਨਾ ਤੋਂ ਬਾਅਦ। ਤਾਂ ਦੇਖੋ ਦੋਸਤੋ, ਗਾਂਧੀ ਜੀ ਨੇ
1920 ਦੇ ਵਿੱਚ 1920 ਦੇ ਵਿੱਚ ਜੋ ਸੀ ਤੁਹਾਡੇ ਕੋਲ ਮੂਵਮੈਂਟ ਚਲਾਇਆ ਸੀ, ਇਸੇ ਨੂੰ ਹੀ ਆਪਾਂ ਕੀ ਕਹਿ ਦਿੰਦੇ ਹਾਂ, ਨੌਨ ਕੋਆਪਰੇਸ਼ਨ ਮੂਵਮੈਂਟ। ਠੀਕ ਹੈ, ਨੌਨ ਕੋਆਪਰੇਸ਼ਨ ਮੂਵਮੈਂਟ। ਗਾਂਧੀ ਜੀ ਕਹਿੰਦੇ ਵੀ ਆਪਾਂ ਅੰਗਰੇਜ਼ਾਂ ਨਾਲ ਸਹਾਇਤਾ ਨਹੀਂ ਕਰਨੀ, ਅੰਗਰੇਜ਼ਾਂ ਦੀ ਕੋਈ ਵੀ ਬਣਾਈ ਹੋਈ ਚੀਜ਼ ਆਪਾਂ ਨਹੀਂ ਵਰਤਣੀ। ਠੀਕ ਹੈ, ਤਾਂ ਉਦੋਂ ਚਲਾਇਆ ਸੀ ਇਹ। ਦੋਸਤੋ ਦੇਖੋ 1919 ਦੇ ਵਿੱਚ ਕੀ ਹੋਇਆ ਸੀ, ਪਹਿਲੀ ਗੱਲ ਤਾਂ ਜਲਿਆਂਵਾਲੇ ਬਾਗ ਦਾ ਸਾਕਾ ਹੋਇਆ ਸੀ 13 ਅਪ੍ਰੈਲ 1919 ਨੂੰ, ਹੈ ਨਾ, ਸਭ ਬੱਚਿਆਂ ਨੂੰ ਪਤਾ ਹੈ। ਹੁਣ ਇਸ ਤੋਂ ਬਾਅਦ ਕੀ ਹੋਇਆ ਸੀ ਕਿ ਗਾਂਧੀ ਜੀ ਨੇ ਆਪਣੀ ਇੱਕ ਉਪਾਧੀ ਮਿਲੀ ਸੀ ਗਾਂਧੀ ਜੀ ਨੂੰ ਅੰਗਰੇਜ਼ਾਂ ਵੱਲੋਂ, ਕੇਸਰੇ ਹਿੰਦ ਦੀ ਉਪਾਧੀ, ਉਹ ਵੀ ਗਾਂਧੀ ਜੀ ਨੇ ਕੀ ਕਰਤੀ ਸੀ, ਵਾਪਿਸ ਕਰਤੀ ਸੀ ਬਈ। ਕਲੀਅਰ। ਉਸੇ ਸਮੇਂ ਹੀ ਇਸੇ ਇੰਸੀਡੈਂਟ ਨੂੰ ਦੇਖਦੇ ਹੋਏ ਸਾਡੇ ਗੁਰੂ ਰਵਿੰਦਰਨਾਥ ਟੈਗੋਰ ਜੀ ਨੇ, ਉਹਨਾਂ ਨੇ ਵੀ ਆਪਣੀ ਉਪਾਧੀ ਵਾਪਸ ਕੀਤੀ। ਉਹਨਾਂ ਨੂੰ ਮਿਲਿਆ ਸੀ ਨਾਈਟਹੁੱਡ ਦਾ ਟਾਈਟਲ। ਕਿਹੜਾ ਮਿਲਿਆ ਸੀ ਬਈ, ਨਾਈਟਹੁੱਡ ਦਾ ਟਾਈਟਲ ਮਿਲਿਆ ਸੀ, ਜਿਸ ਨੂੰ ਅਸੀਂ ਕਹਿੰਦੇ ਹਾਂ ਸਰ ਦੀ ਉਪਾਧੀ। ਠੀਕ ਹੈ, ਨਾਈਟਹੁੱਡ ਦਾ ਟਾਈਟਲ ਗੁਰੂ ਰਵਿੰਦਰਨਾਥ ਟੈਗੋਰ ਜੀ ਨੇ ਵਾਪਸ ਕਰਤਾ ਸੀ। ਇਹਨਾਂ ਨੂੰ ਇਹ 1915 ਚ ਮਿਲਿਆ ਸੀ ਅੰਗਰੇਜ਼ਾਂ ਤੋਂ। ਠੀਕ ਹੈ, ਲਿਟਰੇਚਰ ਦੇ ਵਿੱਚ ਵਧੀਆ ਕੰਮ ਕਰਨ ਦੇ ਤੌਰ ਤੇ, ਕਿਉਂਕਿ ਜੋਰਜ ਪੰਚਮ ਜਦੋਂ ਆਇਆ ਸੀ 1911 ਦੇ ਵਿੱਚ ਦਿੱਲੀ 'ਚ, ਤੇ ਦਿੱਲੀ ਨੂੰ ਰਾਜਧਾਨੀ ਬਣਾ ਕੇ ਗਿਆ ਸੀ। ਠੀਕ ਹੈ, ਉਸੇ ਸਮੇਂ ਹੀ ਗੁਰੂ ਰਵਿੰਦਰਨਾਥ ਟੈਗੋਰ ਨੇ ਜਿਹੜਾ ਸੀ, ਆਪਾਂ ਕਹਿ ਲਈ ਵੀ ਉਹਨਾਂ ਅੱਗੇ ਆਪਣੇ ਲਿਟਰੇਚਰ ਦਾ, ਸਾਹਿਤ ਦਾ ਪ੍ਰਦਰਸ਼ਨ ਕੀਤਾ ਸੀ, ਜਿਸ ਕਰਕੇ ਇਹਨਾਂ ਨੂੰ ਨਾਈਟਹੁੱਡ ਦੀ ਉਪਾਧੀ ਦਿੱਤੀ ਗਈ ਸੀ। ਕਲੀਅਰ। ਤੇ ਇਹਨਾਂ ਨੇ ਵੀ 1919 ਦੇ ਵਿੱਚ ਜਲਿਆਂਵਾਲੇ ਬਾਗ ਦੇ ਹੱਤਿਆਕਾਂਡ ਦੇ ਚਲਦਿਆਂ ਆਪਣੀ ਉਪਾਧੀ ਵਾਪਸ ਦਿੱਤੀ। ਕਹਿੰਦੇ ਜੇ ਸਾਡੇ ਭਾਰਤੀਆਂ ਨਾਲ, ਮੇਰੇ ਭਰਾਵਾਂ ਨਾਲ ਹੀ ਤੁਸੀਂ ਇੱਦਾਂ ਕਰੋਗੇ ਤਾਂ ਫਿਰ ਕਾਹਦਾ ਤੁਹਾਡਾ ਟਾਈਟਲ, ਮੈਨੂੰ ਇਹ ਟਾਈਟਲ ਨਹੀਂ ਚਾਹੀਦਾ। ਤੇ ਗਾਂਧੀ ਜੀ ਨੇ ਕਿਹੜੀ ਦਿੱਤੀ ਸੀ, ਕੇਸਰੇ ਹਿੰਦ ਦੀ ਉਪਾਧੀ ਵਾਪਸ ਦਿੱਤੀ ਸੀ। ਇਹ ਵੀ ਇਹਨਾਂ ਨੂੰ ਅੰਗਰੇਜ਼ਾਂ ਤੋਂ ਮਿਲੀ ਸੀ। ਕਲੀਅਰ ਹੈ ਬਈ। ਤਾਂ ਇਹ ਕੁਐਸਚਨ ਆਉਂਦਾ ਹੁੰਦਾ ਹੈ ਕਿ ਗਾਂਧੀ ਜੀ ਨੂੰ ਕਿਹੜੀ ਉਪਾਧੀ ਮਿਲੀ ਸੀ, ਕੇਸਰੇ ਹਿੰਦ ਦੀ। ਠੀਕ ਹੈ, ਜਾਂ ਕਿਹੜੀ ਉਪਾਧੀ ਗਾਂਧੀ ਜੀ ਨੇ ਵਾਪਸ ਕੀਤੀ, ਕੇਸਰੇ ਹਿੰਦ ਦੀ। ਕਲੀਅਰ ਹੋ ਗਿਆ ਵੀ ਸਾਰਿਆਂ ਨੂੰ। ਕਿਉਂ ਕੀਤੀ, 13 ਅਪ੍ਰੈਲ 1919 ਦੇ ਜਲਿਆਂਵਾਲੇ ਬਾਗ ਦੇ ਸਾਕੇ ਕਾਰਨ। ਫਿਰ ਕੀ ਹੋਇਆ ਦੋਸਤੋ, 1919 ਦੇ ਵਿੱਚ ਹੀ ਟਰਕੀ, ਜਿਹਨੂੰ ਤੁਸੀਂ ਕਹਿੰਦੇ ਹੋ ਤੁਰਕੀ ਦੇਸ਼, ਹੈ ਨਾ, ਤੁਰਕੀ ਦੇ ਵਿੱਚ ਮੁਸਲਮਾਨ ਜ਼ਿਆਦਾ ਸਨ, ਹੈ ਨਾ, ਮੁਸਲਮਾਨ ਭਾਈ ਆਪਣੇ ਜ਼ਿਆਦਾ ਸਨ। ਤਾਂ ਉੱਥੇ ਕੀ ਸੀ, ਉਹਨਾਂ ਦਾ ਖਲੀਫਾ ਸੀ, ਜਿਹੜਾ ਉਹਨਾਂ ਦਾ ਸਭ ਤੋਂ ਵੱਡਾ ਲੀਡਰ ਸੀ, ਜਾਂ ਕਹਿ ਲਓ ਸਭ ਤੋਂ, ਜਿਹਨੂੰ ਰੱਬ ਦੀ ਤਰ੍ਹਾਂ ਮੰਨਦੇ ਸੀ, ਉਹਨੂੰ ਕੀ ਕਹਿੰਦੇ ਹਨ, ਖਲੀਫਾ। ਖਲੀਫਾ ਦੇ ਖਿਲਾਫ ਅੰਗਰੇਜ਼ਾਂ ਨੇ, ਜਦੋਂ ਤੁਹਾਨੂੰ ਪਤਾ ਹੀ ਹੈ 1914 ਤੋਂ ਲੈ ਕੇ 1918 ਤੱਕ ਕੀ ਚੱਲਿਆ ਸੀ ਵੀ, ਪਹਿਲਾ ਵਿਸ਼ਵ ਯੁੱਧ ਚੱਲਿਆ ਸੀ, ਫਸਟ ਵਰਲਡ ਵੋਰ। ਠੀਕ ਹੈ, 18 ਤੋਂ ਬਾਅਦ ਹੁਣ ਅੰਗਰੇਜ਼ਾਂ ਨੇ ਉੱਥੇ ਟਰਕੀ ਦੇ ਜਿਹੜੇ ਖਲੀਫਾ ਸੀ, ਉਹਨਾਂ ਨਾਲ ਬੁਰਾ ਵਿਵਹਾਰ ਕਰਨਾ ਸ਼ੁਰੂ ਕਰਤਾ, ਜਿਸ ਤੋਂ ਉੱਥੋਂ ਦੇ ਜਿਹੜੇ ਮੁਸਲਮਾਨ ਸਨ ਉਹ ਬਹੁਤ ਖਿਲਾਫ ਹੋ ਗਏ ਸੀ ਅੰਗਰੇਜ਼ਾਂ ਦੇ। ਤੇ ਇਹ ਗੱਲ ਫਿਰ ਦੋਸਤੋ ਉਹਨਾਂ ਨੇ ਭਾਰਤ ਦੇ ਲੀਡਰਾਂ ਨਾਲ ਵੀ ਰੱਖੀ। ਤਾਂ ਭਾਰਤ ਦੇ ਲੀਡਰਾਂ 'ਚ ਉਸ ਸਮੇਂ ਗਾਂਧੀ ਜੀ ਮੁੱਖ ਸਨ। ਤਾਂ ਗਾਂਧੀ ਜੀ ਨੇ ਉਸੇ ਸਮੇਂ ਹੀ 1920 ਦੇ ਵਿੱਚ ਅਸਹਿਯੋਗ ਅੰਦੋਲਨ ਚਲਾਇਆ ਸੀ। ਠੀਕ ਹੈ, ਅਸਹਿਯੋਗ ਦੇ ਅੰਦੋਲਨ ਦੇ ਵਿੱਚ ਕੀ ਸੀਗਾ ਕਿ ਆਪਾਂ ਅੰਗਰੇਜ਼ਾਂ ਦੀ ਬਣਾਈ ਹੋਈ ਕੋਈ ਵੀ ਵਸਤੂ ਇਸਤੇਮਾਲ ਨਹੀਂ ਕਰਨੀ, ਤੇ ਸ਼ਾਂਤਮਈ ਤਰੀਕੇ ਨਾਲ, ਕਿਹੜੇ ਤਰੀਕੇ ਨਾਲ, ਅਹਿੰਸਾ ਦੇ ਮਾਰਗ ਤੇ ਚੱਲਦਿਆਂ ਆਪਾਂ ਇਹਨਾਂ ਦਾ ਵਿਰੋਧ ਕਰਨਾ ਹੈ। ਪਰ ਹੋਇਆ ਕਿ ਦੋਸਤੋ, 5 ਫਰਵਰੀ 1922 ਦੇ ਵਿੱਚ ਕੀ ਹੋਇਆ, ਚੌਰੀ ਚੌਰਾ ਦੀ ਘਟਨਾ ਹੋ ਗਈ। ਜਿੱਥੇ ਇੱਕ ਪੁਲਿਸ ਸਟੇਸ਼ਨ ਦੇ ਵਿੱਚ ਲੋਕਾਂ ਨੇ ਕੀ ਕਰਤਾ, ਅੱਗ ਲਗਾਤੀ ਪੁਲਿਸ ਸਟੇਸ਼ਨ ਦੇ ਵਿੱਚ, ਤੇ ਉਹਦੇ ਵਿੱਚ 22 ਪੁਲਿਸ ਵਾਲੇ ਕੀ ਸੀ ਦੋਸਤੋ, ਮਰ ਗਏ, ਜਾਂ ਕਹਿ ਲਓ ਵੀ ਸੜ ਗਏ। ਠੀਕ ਹੈ, 22 ਪੁਲਿਸ ਵਾਲੇ। ਤੇ ਦੇਖੋ 1922 ਦੀ ਹੀ ਘਟਨਾ ਹੈ, ਤੇ 22 ਹੀ ਪੁਲਿਸ ਵਾਲੇ ਕੀ ਸੀ, ਮਰ ਗਏ ਕਹਿ ਲਓ, ਜਾਂ ਕਹਿ ਲਓ ਵੀ ਸੜ ਗਏ ਸੀ। ਕਲੀਅਰ ਹੋ ਗਿਆ ਬਈ। ਤਾਂ ਗਾਂਧੀ ਜੀ ਕਹਿੰਦੇ ਇਹਨਾਂ ਨੇ ਵੀ ਕਿਉਂ ਸਾੜਿਆ, ਕਿਉਂਕਿ ਉਹਨਾਂ ਦੇ ਕਿਸੇ ਪੁਲਿਸ ਵਾਲੇ ਨੇ ਵੀ, ਜੋ ਲੋਕ ਸ਼ਾਂਤਮਈ ਤਰੀਕੇ ਨਾਲ ਆਪਣਾ ਪ੍ਰਦਰਸ਼ਨ ਕਰ ਰਹੇ ਸਨ, ਉਹਨਾਂ ਨਾਲ ਕਹਿੰਦੇ ਨੇ ਵੀ ਉਹਨਾਂ ਨੇ ਵੀ ਕੋਈ ਨਾ ਕੋਈ ਬਦਤਮੀਜ਼ੀ ਕੀਤੀ ਸੀ, ਜਿਸ ਕਰਕੇ ਭੀੜ ਸੀਗੀ, ਭੀੜ ਦਾ ਗੁੱਸਾ ਭੜਕ ਗਿਆ, ਕਿਉਂਕਿ ਉਹਨਾਂ ਦੇ ਲੋਕਾਂ 'ਤੇ ਵੀ ਲਾਠੀ ਚਾਰਜ ਕੀਤਾ ਗਿਆ ਸੀ। ਠੀਕ ਹੈ, ਇਸ ਕਰਕੇ ਉਹਨਾਂ ਨੇ ਕੀ ਕੀਤਾ ਕਿ ਪੁਲਿਸ ਸਟੇਸ਼ਨ ਨੂੰ ਅੱਗ ਲਗਾ ਦਿੱਤੀ, ਜਿਸ ਦੇ ਵਿੱਚ 22 ਪੁਲਿਸ ਵਾਲੇ ਜੋ ਸੀ ਉਹ ਮਾਰੇ ਗਏ। ਤਾਂ ਅਹਿੰਸਾ ਦੀ ਗੱਲ ਕੀਤੀ ਸੀ ਗਾਂਧੀ ਜੀ ਨੇ ਤਾਂ, ਪਰ ਇੱਥੇ ਕੀ ਹੋ ਗਈ, ਕੱਲੀ ਕੀ ਰਹਿ ਗਈ, ਹਿੰਸਾ। ਤਾਂ ਗਾਂਧੀ ਜੀ ਨੇ ਕੀ ਕੀਤਾ, ਆਪਣਾ ਜੋ ਅਸਹਿਯੋਗ ਅੰਦੋਲਨ ਸੀ ਉਹ ਫਿਰ ਵਾਪਸ ਲੈ ਲਿਆ 5 ਫਰਵਰੀ 1922 ਤੋਂ ਬਾਅਦ। ਫਿਰ ਗਾਂਧੀ ਜੀ ਨੂੰ ਦੋਸਤੋ ਜੇਲ੍ਹ ਦੇ ਵਿੱਚ ਵੀ ਰੱਖਿਆ ਗਿਆ ਸੀ। ਠੀਕ ਹੈ, ਇਸੇ ਮੁੱਦੇ ਦੇ ਵਿੱਚ। ਠੀਕ ਹੈ, ਪਰ ਗਾਂਧੀ ਜੀ ਦੀ ਤਬੀਅਤ ਖਰਾਬ ਹੋਣ ਕਰਕੇ ਉਹਨਾਂ ਨੂੰ ਵਾਪਸ ਛੱਡ ਵੀ ਦਿੱਤਾ ਗਿਆ ਸੀ। ਕਲੀਅਰ। ਤਾਂ ਦੇਖੋ ਹੁਣ ਤੁਹਾਨੂੰ ਸਿੱਧਾ ਪਤਾ ਲੱਗ ਰਿਹਾ ਹੋਏਗਾ ਕਿ ਸਿਵਲ ਡਿਸਓਬੀਡੀਐਂਸ ਮੂਵਮੈਂਟ ਗਾਂਧੀ ਜੀ ਨੇ ਆਪਣਾ ਕੀ ਲੈ ਲਿਆ, ਵਾਪਸ। ਠੀਕ ਹੈ, ਜਦੋਂ ਚੌਰੀ ਚੌਰਾ ਦੀ ਘਟਨਾ ਹੋਈ ਤੇ ਗਾਂਧੀ ਜੀ ਨੇ ਆਪਣਾ ਜਿਹੜਾ ਅਸਹਿਯੋਗ ਅੰਦੋਲਨ ਸੀ ਉਹ ਵਾਪਸ ਲੈ ਲਿਆ, ਕਿਉਂਕਿ ਲੋਕਾਂ ਨੇ ਅਹਿੰਸਾ ਦਾ ਮਾਰਗ ਛੱਡ ਕੇ ਕਿਹੜਾ ਅਪਣਾ ਲਿਆ ਸੀ, ਹਿੰਸਾ ਦਾ।
ਤਾਂ ਉਦੋਂ ਗਾਂਧੀ ਜੀ ਦੇ ਵਿਰੋਧ ਵਿੱਚ ਸਾਡੇ ਜਿਹੜੇ ਲੀਡਰ ਸੀ, ਸੁਭਾਸ਼ ਚੰਦਰ ਬੋਸ ਜੀ, ਬਾਲ ਗੰਗਾਧਰ ਤਿਲਕ ਜੀ, ਸਾਰੇ ਹਨਾ, ਇਹ ਵੀ ਕੀ ਹੋ ਗਏ, ਗਾਂਧੀ ਜੀ ਦੇ ਓਪੋਜੀਸ਼ਨ 'ਚ ਹੋ ਗਏ। ਠੀਕ ਹੈ, ਤੇ ਕਹਿ ਲਓ ਜਿਵੇਂ ਮੋਤੀ ਲਾਲ ਜੀ ਨਹਿਰੂ ਸਨ, ਮੋਤੀ ਲਾਲ ਜੀ ਨਹਿਰੂ, ਠੀਕ ਹੈ, ਸੀ ਆਰ ਦਾਸ ਹੋ ਗਏ, ਇਹਨਾਂ ਨੇ ਕੀ ਕੀਤਾ, ਆਪਣੀ ਇੱਕ ਵੱਖਰੀ ਪਾਰਟੀ ਬਣਾ ਲਈ, ਕਿਹੜੀ, ਸਵਰਾਜ ਪਾਰਟੀ। ਕਿਹੜੀ, ਸਵਰਾਜ ਪਾਰਟੀ। ਇਹ ਕੁਐਸਚਨ ਆਉਂਦਾ ਹੁੰਦਾ ਹੈ, ਸਵਰਾਜ ਪਾਰਟੀ ਕਿਸ ਨੇ ਬਣਾਈ, ਤਾਂ ਮੋਤੀ ਲਾਲ ਨਹਿਰੂ ਨੇ, ਠੀਕ ਹੈ, ਐਂਡ ਸੀ ਆਰ ਦਾਸ ਨੇ, ਇਹਨਾਂ ਦੋਨਾਂ ਨੇ ਮਿਲ ਕੇ ਆਪਣੀ ਪਾਰਟੀ ਬਣਾ ਲਈ। ਪਰ ਇਹ ਪਾਰਟੀ ਦੋਸਤੋ ਕਾਂਗਰਸ ਪਾਰਟੀ ਤੋਂ ਕੋਈ ਅਲੱਗ ਨਹੀਂ ਸੀ, ਕਾਂਗਰਸ ਪਾਰਟੀ ਤੋਂ ਅਲੱਗ ਨਹੀਂ ਸੀ। ਠੀਕ ਹੈ, ਇਹਨਾਂ ਦਾ ਮਕਸਦ ਵੀ ਉਹੀ ਸੀ ਜੋ ਕਾਂਗਰਸ ਪਾਰਟੀ ਦਾ ਸੀ। ਕਲੀਅਰ ਹੋ ਗਿਆ ਬਈ। ਤਾਂ ਇਸੇ ਤੋਂ ਖਿਲਾਫ ਹੋ ਕੇ ਸੁਭਾਸ਼ ਚੰਦਰ ਬੋਸ ਨੇ ਆਪਣਾ ਫਾਰਵਰਡ ਬਲੋਕ ਨਾਂ ਦੀ, ਇੰਡੀਅਨ ਫਾਰਵਰਡ ਬਲੋਕ ਨਾਂ ਦੀ ਜੋ ਪਾਰਟੀ ਬਣਾ ਲਈ। ਠੀਕ ਹੈ, ਇੰਡੀਅਨ ਫਾਰਵਰਡ ਬਲੋਕ। ਕਲੀਅਰ। ਫਾਰਵਰਡ ਬਲੋਕ ਦੀ ਸਥਾਪਨਾ ਕਿਹਨੇ ਕੀਤੀ, ਤਾਂ ਕਿਹਨੇ ਕੀਤੀ ਸੀ ਬਈ, ਸੁਭਾਸ਼ ਚੰਦਰ ਬੋਸ ਜੀ ਨੇ ਕੀਤੀ ਸੀ। ਇੰਡੀਅਨ ਫਾਰਵਰਡ ਬਲੋਕ ਦੀ ਸਥਾਪਨਾ ਕੀਤੀ ਸੀ। ਇਸੇ ਚੀਜ਼ ਤੋਂ ਗਾਂਧੀ ਜੀ ਤੋਂ ਗੁੱਸਾ ਹੋ ਗਏ ਵੀ ਗਾਂਧੀ ਜੀ ਤੁਸੀਂ ਆਹ ਕੀ ਕੀਤਾ, ਤੁਹਾਡੇ ਅਹਿੰਸਾ ਦੇ ਮਾਰਗ ਤੇ ਚੱਲ ਕੇ ਅਸੀਂ ਆਪਣੇ ਭਰਾ ਮਰਨ ਨਹੀਂ ਦਿਆਂਗੇ, ਬਲਕਿ ਅਸੀਂ ਹੋਰ ਤਰੀਕੇ ਨਾਲ ਆਜ਼ਾਦੀ ਲਵਾਂਗੇ, ਜਿਸ ਤਰ੍ਹਾਂ ਅੰਗਰੇਜ਼ ਕਰਦੇ ਹਨ ਅਸੀਂ ਉਸੇ ਤਰ੍ਹਾਂ ਹੀ ਕਰਕੇ ਆਜ਼ਾਦੀ ਲਵਾਂਗੇ ਉਹਨਾਂ ਦੇ ਖਿਲਾਫ। ਠੀਕ ਹੈ, ਤੇ ਇਹਦੇ 'ਚ ਰਾਈਟ ਆਪਸ਼ਨ ਕੀ ਹੋ ਜਾਏਗੀ ਦੋਸਤੋ, ਆਪਣੀ 2 ਨੰਬਰ ਵਾਲੀ ਆਪਸ਼ਨ ਕੀ ਹੋ ਜਾਏਗੀ, ਇੱਕਦਮ ਕਰੈਕਟ। ਕਿਉਂਕਿ ਸਾਈਮਨ ਕਮਿਸ਼ਨ ਦਾ ਲਗਭਗ ਦੋਸਤੋ 1928 ਦੇ ਵਿੱਚ ਆਇਆ ਸੀ, ਹਨਾ, ਜਿਹਦੇ ਵਿੱਚ ਲਾਲਾ ਲਾਜਪਤ ਰਾਏ ਜੀ, ਲਾਲਾ ਲਾਜਪਤ ਰਾਏ ਜੀ ਕੀ ਹੋ ਗਏ ਸਨ, ਜ਼ਖਮੀ ਹੋ ਗਏ ਸਨ, ਤੇ ਬਾਅਦ 'ਚ ਉਹਨਾਂ ਦੀ ਕੀ ਹੋ ਗਈ ਸੀ, ਮੌਤ ਹੋ ਗਈ ਸੀ। ਠੀਕ ਹੈ, ਜਿਸ ਨੂੰ ਅਸੀਂ ਸਾਈਮਨ ਕਮਿਸ਼ਨ ਨੂੰ ਹੋਰ ਕੀ ਕਹਿੰਦੇ ਆ, ਵਾਈਟ ਕਮਿਸ਼ਨ। ਹੋਰ ਕਿਹੜੇ ਨਾਂ ਨਾਲ ਜਾਣਿਆ ਜਾਂਦਾ ਵੀ, ਵਾਈਟ ਕਮਿਸ਼ਨ ਦੇ ਨਾਂ ਨਾਲ ਸਾਈਮਨ ਕਮਿਸ਼ਨ ਨੂੰ ਜਾਣਿਆ ਜਾਂਦਾ ਹੈ, ਕਿਉਂਕਿ ਇਹਦੇ ਵਿੱਚ ਇੱਕ ਵੀ ਭਾਰਤੀ ਨਹੀਂ ਸੀ, ਕਿਉਂਕਿ ਆਇਆ ਭਾਰਤ ਦੇ ਲੋਕਾਂ ਲਈ ਸੀ। ਠੀਕ ਹੈ, ਪਰ ਕਹਿੰਦੇ ਵੀ ਭਾਰਤ ਦੇ ਲੋਕਾਂ ਲਈ ਅਸੀਂ ਸੰਵਿਧਾਨ ਬਣਾਉਣਾ ਹੈ, ਤੇ ਇਹਦੇ 'ਚ ਇੱਕ ਵੀ ਭਾਰਤੀ ਨਹੀਂ ਸੀ ਦੋਸਤੋ, ਇੱਕ ਵੀ ਭਾਰਤੀ ਨਹੀਂ ਸੀ। ਤਾਂ ਲੋਕਾਂ ਨੇ ਇਸ ਦਾ ਕੀ ਕੀਤਾ, ਵਿਰੋਧ ਕੀਤਾ। ਤੇ ਜਦੋਂ ਲਾਲਾ ਲਾਜਪਤ ਰਾਏ ਜੀ ਦੀ ਡੈਥ ਹੋ ਗਈ, ਠੀਕ ਹੈ, ਤਾਂ ਸਰਦਾਰ ਭਗਤ ਸਿੰਘ ਉਹਨਾਂ ਨੇ ਫਿਰ ਇਹਨਾਂ ਦੀ ਮੌਤ ਦਾ ਬਦਲਾ ਲਿਆ। ਕਲੀਅਰ, ਇਹਨਾਂ ਦੀ ਮੌਤ ਦਾ ਬਦਲਾ ਲਿਆ। ਸਮਝ ਆ ਗਿਆ ਵੀ ਸਾਰਿਆਂ ਨੂੰ। ਚਲੋ ਹੁਣ ਨੈਕਸਟ ਕੁਐਸਚਨ ਵੱਲ ਮੂਵ ਕਰਦੇ ਹਾਂ। ਤਾਂ ਦੇਖੋ, which of the following journals is or are published by ਡਾਕਟਰ ਬੀ ਆਰ ਅੰਬੇਡਕਰ ਜੀ। ਤਾਂ ਦੱਸਣਾ ਹੈ ਕਿ ਡਾਕਟਰ ਭੀਮ ਰਾਓ ਜੀ ਅੰਬੇਦਕਰ ਸਾਹਿਬ ਉਹਨਾਂ ਨੇ ਇਹਨਾਂ ਚੋਂ ਕਿਹੜੀਆਂ ਪੁਸਤਕਾਂ ਕਹਿ ਲਓ ਜਾਂ ਕਿਹੜੇ ਰਸਾਲੇ ਛਾਪੇ ਸੀ। ਤਾਂ ਮੂਕ ਨਾਇਕ, ਬਹਿਸਕ੍ਰਿਤ ਭਾਰਤ, ਸਮਾਥਾ। ਠੀਕ ਹੈ, ਤਾਂ ਦੋਸਤੋ ਤੁਹਾਨੂੰ ਦੱਸਣਾ ਚਾਹੂੰਗਾ ਮੇਰੇ ਕੋਲ ਲਿਸਟ ਹੈ ਸਾਰੀ ਆ ਰਹੀ। ਠੀਕ ਹੈ, ਇਹ ਸਾਰੀਆਂ ਕਿਹਨੇ ਛਾਪੀਆਂ ਸੀ, ਸਾਡੇ ਡਾਕਟਰ ਭੀਮ ਰਾਓ ਜੀ ਅੰਬੇਦਕਰ ਨੇ। ਤਾਂ ਦੇਖੋ ਉਹਨਾਂ ਨੇ ਕਿਹੜੀ ਕਿਹੜੀ, ਮੂਕ ਨਾਇਕ, ਠੀਕ ਹੈ, ਬਹਿਸਕ੍ਰਿਤ ਭਾਰਤ, ਸਮਤਾ, ਸਮਤਾ ਮਤਲਬ ਇਕੁਐਲਿਟੀ 1928 ਦੇ ਵਿੱਚ, ਠੀਕ ਹੈ, ਜਨਤਾ ਮਤਲਬ ਦ ਪੀਪਲ 1930 ਦੇ ਵਿੱਚ, ਸਮਤਾ, ਸਮਤਾ ਜਿਹਨੂੰ ਸਮਾਨਤਾ ਕਹਿੰਦੇ ਆ ਆਪਾਂ, ਜਨਤਾ, ਜਨਤਾ ਤੁਹਾਨੂੰ ਪਤਾ ਹੀ ਹੈ, ਐਂਡ ਪ੍ਰਬੁੱਧਾ ਭਾਰਤ, ਐਨਲਾਈਟਡ ਇੰਡੀਆ ਮਤਲਬ ਵਿਕਸਿਤ ਜਾਂ ਕਹਿ ਲਓ ਜਾਗਿਆ ਹੋਇਆ ਇੰਡੀਆ। ਕਲੀਅਰ, 1956 ਦੇ ਵਿੱਚ। ਤਾਂ ਇੰਨੀਆਂ ਸਾਰੀਆਂ ਦੇਣ ਜੋ ਹੈ, ਠੀਕ ਹੈ, ਪਬਲਿਸ਼ਿੰਗ ਜੋ ਨੇ ਉਹ ਸਾਰੀਆਂ ਡਾਕਟਰ ਭੀਮ ਰਾਓ ਜੀ ਅੰਬੇਦਕਰ ਸਾਹਿਬ ਦੀਆਂ ਨੇ। ਤਾਂ ਸਾਰੀਆਂ ਹੀ ਨੇ। ਤਾਂ ਆਪਣੀ ਆਪਸ਼ਨ ਕੀ ਦਿੱਤੀ ਹੈ, ਪਹਿਲੀ ਤੇ ਦੂਜੀ ਹੈ, ਦੂਜੀ ਤੇ ਤੀਜੀ ਹੈ, ਪਹਿਲੀ ਹੈ ਜਾਂ ਪਹਿਲੀ ਦੂਜੀ ਤੀਜੀ। ਤਾਂ ਦੇਖੋ ਦੋਸਤੋ ਆਪਣੀ ਆਪਸ਼ਨ ਕੀ ਹੋ ਜਾਏਗੀ, ਪਹਿਲੀ ਵੀ ਹੈ, ਦੂਜੀ ਵੀ ਹੈ ਐਂਡ ਤੀਜੀ ਵੀ ਹੈ। ਕਲੀਅਰ ਹੋ ਗਿਆ ਬਈ। ਦਲਿਤਸ ਦੇ ਰਾਈਟਸ ਨੂੰ, ਕਿਉਂਕਿ ਡਾਕਟਰ ਭੀਮ ਰਾਓ ਜੀ ਅੰਬੇਦਕਰ ਸਾਹਿਬ ਖੁਦ ਇੱਕ ਕਿਹਦੇ ਨਾਲ ਬਿਲੋਂਗ ਕਰਦੇ ਸਨ, ਉਹ ਵੀ ਕੀ ਸਨ, ਇੱਕ ਦਲਿਤ। ਠੀਕ ਹੈ, ਤੇ ਉਸ ਸਮੇਂ ਦਲਿਤ ਜੋ ਵੀ ਲੋਕ ਹੁੰਦੇ ਸਨ ਉਹਨਾਂ ਦੀ ਦਸ਼ਾ ਬਹੁਤ ਬੁਰੀ ਸੀ। ਅੱਜ ਵੀ ਦੋਸਤੋ ਬਹੁਤ ਬੁਰੀ ਹੈ। ਜਿਵੇਂ ਸਾਡੇ SC ST ਭਾਈਚਾਰੇ ਦੇ ਜੋ ਵੀਰ ਹਨ, ਭੈਣਾਂ ਹਨ, ਉਹਨਾਂ ਦੀ ਅੱਜ ਵੀ ਸਮਾਜ ਦੇ ਵਿੱਚ ਬਹੁਤ ਘੱਟ ਵੈਲਿਊ ਹੈ। ਠੀਕ ਹੈ, ਤਾਂ ਹੀ ਸਰਕਾਰ ਨੇ ਇਹਨੂੰ ਕੀ ਦਿੱਤਾ ਹੋਇਆ, ਰਿਜ਼ਰਵੇਸ਼ਨ। ਆਪਾਂ ਪੰਜਾਬ 'ਚ ਰਹਿੰਦੇ ਹਾਂ ਤਾਂ ਸਾਨੂੰ ਪਤਾ ਨਹੀਂ ਲੱਗਦਾ, ਪਰ ਜਦੋਂ ਤੁਸੀਂ ਦੂਸਰੀ ਸਟੇਟਸ 'ਚ ਜਾ ਕੇ ਦੇਖੋਗੇ ਨਾ, ਇਹਨਾਂ ਨੂੰ ਅੱਜ ਵੀ ਮੰਦਰਾਂ ਦੇ ਵਿੱਚ ਜਾਣ ਨਹੀਂ ਦਿੱਤਾ ਜਾਂਦਾ, ਅੱਜ ਵੀ ਖੂਹਾਂ ਤੋਂ ਪਾਣੀ ਭਰਨ ਨਹੀਂ ਦਿੱਤਾ ਜਾਂਦਾ, ਅੱਜ ਵੀ ਇਹਨਾਂ ਦਾ ਛੂਤ-ਛਾਤ ਦਾ ਜੋ ਹੈ ਪ੍ਰਚਲਨ ਹੈ। ਠੀਕ ਹੈ, ਜਦ ਕਿ ਸਾਡੇ ਕੋਲ ਸੰਵਿਧਾਨ ਦਾ ਆਰਟੀਕਲ ਨੰਬਰ 17 ਕੀ ਕਹਿੰਦਾ ਹੈ, ਅਨਟੱਚੇਬਿਲਟੀ ਨੂੰ ਖਤਮ ਕਰਨਾ, ਮਤਲਬ ਛੂਤ-ਛਾਤ ਨੂੰ ਕੀ ਕਰਨਾ ਹੈ, ਖਤਮ। ਠੀਕ ਹੈ, ਜਿਹਦੇ ਕਰਕੇ ਗਾਂਧੀ ਜੀ ਨੇ ਆਪਣਾ ਇੱਕ ਨਿਊਜ਼ਪੇਪਰ ਜਾਂ ਕਹਿ ਲਓ ਇੱਕ ਮੈਗਜ਼ੀਨ ਚਲਾਈ ਸੀ, ਕਿਹੜੀ, ਹਰੀਜਨ। ਕਿਹੜੀ ਚਲਾਈ ਸੀ ਬਈ, ਹਰੀਜਨ,
ਜਿਹਦਾ ਮਤਲਬ ਸੀ ਵਿਚਾਰੇ ਪਰਮਾਤਮਾ ਦੇ ਲੋਕ। ਤਾਂ ਡਾਕਟਰ ਸਾਹਿਬ ਨੇ ਇਹਨਾਂ ਨੂੰ ਇਹ ਵੀ ਕਿਹਾ ਸੀ ਵੀ ਸਾਨੂੰ ਹਰੀਜਨ ਨਾ ਕਹੋ, ਕਿਉਂਕਿ ਅਸੀਂ ਵਿਚਾਰੇ ਨਹੀਂ ਹਾਂ, ਅਸੀਂ ਵੀ ਬਹੁਤ ਕੁਝ ਕਰ ਸਕਦੇ ਹਾਂ, ਸਾਨੂੰ ਸਾਡੇ ਹੱਕ ਦੇ ਦਿਓ। ਠੀਕ ਹੈ, ਤਾਂ ਇਹ ਵੀ ਹੋਇਆ ਸੀ ਬਈ। ਠੀਕ ਹੈ, ਹਰੀਜਨ ਇਹ ਵੀਕਲੀ ਆਉਂਦੀ ਸੀ, ਹਫਤਾਵਾਰੀ ਮੈਗਜ਼ੀਨ ਸੀ ਇਹ। ਕੁਐਸਚਨ ਆਉਂਦੇ ਹੁੰਦੇ ਆ ਦੋਸਤੋ ਕਿ ਜਿਹੜੀ ਹਰੀਜਨ ਮੈਗਜ਼ੀਨ ਛਾਪੀ ਸੀ ਗਾਂਧੀ ਜੀ ਨੇ, ਉਹ ਹਫਤਾਵਾਰੀ ਸੀ, ਮਹੀਨਾਵਾਰੀ ਸੀ, ਜਾਂ ਸਾਲ ਬਾਅਦ ਆਉਂਦੀ ਹੈ, ਕਿਸ ਤਰ੍ਹਾਂ। ਠੀਕ ਹੈ, ਤਾਂ ਇਹ ਵੀਕਲੀ ਸੀ, ਹਫਤਾਵਾਰੀ ਆਉਂਦੀ ਸੀ। ਇੰਗਲਿਸ਼ 'ਚ ਸੀ ਦੋਸਤੋ। ਕਿਹੜੀ ਲੈਂਗੁਏਜ ਸੀ? ਇੰਗਲਿਸ਼ 'ਚ। ਬਾਅਦ 'ਚ ਹੋਰ ਵੀ ਲੈਂਗੁਏਜ 'ਚ ਛਪੀ ਹੈ, ਗੁਜਰਾਤੀ 'ਚ ਵੀ ਛਪੀ ਹੈ। ਠੀਕ ਹੈ, ਤਾਂ ਇਸ ਤਰ੍ਹਾਂ ਛਪੀ ਹੈ, ਪਰ ਇਹ 1933 ਦੇ ਵਿੱਚ ਇੱਕ ਤਰ੍ਹਾਂ ਦਾ ਕਹਿ ਲਓ ਵੀ ਸ਼ੁਰੂ ਹੋਈ ਸੀ, ਤੇ ਲਗਭਗ 1948 ਤੱਕ ਇਹ ਚੱਲੀ ਸੀ। ਠੀਕ ਹੈ, 1933 ਤੋਂ ਲੈ ਕੇ 1948 ਤੱਕ। ਇਸ ਤੋਂ ਪਹਿਲਾਂ ਹੀ, ਠੀਕ ਹੈ, ਇਸ ਤੋਂ ਪਹਿਲਾਂ ਹੀ, ਚਲੋ ਆਪਾਂ ਨੈਕਸਟ ਕੁਐਸਚਨ ਆਏਗਾ ਉਹਦੇ 'ਚ ਦੱਸਾਂਗੇ ਵੀ ਇਸ ਤੋਂ ਪਹਿਲਾਂ ਕੀ ਹੋਇਆ ਸੀ। ਪਰ ਤੁਸੀਂ ਯਾਦ ਰੱਖਣਾ ਹਰੀਜਨ ਵਰਡ ਕਿਹਨੇ ਯੂਜ਼ ਕੀਤਾ ਸੀ ਦਲਿਤ ਕਾਸਟ ਲਈ? ਤਾਂ ਮਹਾਤਮਾ ਗਾਂਧੀ ਜੀ ਨੇ। ਉਹਨਾਂ ਨੇ ਇੱਕ ਮੈਗਜ਼ੀਨ ਵੀ ਛਾਪੀ, ਕਿਹੜੀ? ਹਰੀਜਨ। ਇੰਗਲਿਸ਼ ਦੇ ਵਿੱਚ ਸੀ, ਹਫਤਾਵਾਰੀ ਆਉਂਦੀ ਸੀ। ਬਾਕੀ ਡਾਕਟਰ ਭੀਮ ਰਾਓ ਅੰਬੇਦਕਰ ਸਾਹਿਬ ਦੀਆਂ ਆਹ ਵਾਲੀਆਂ ਰਚਨਾਵਾਂ ਸਨ, ਕਿਹੜੀਆਂ ਕਿਹੜੀਆਂ? ਮੂਕ ਨਾਇਕ ਹੋ ਗਿਆ, ਬਹਿਸਕ੍ਰਿਤ ਭਾਰਤ ਹੋ ਗਿਆ, ਸਮਤਾ, ਜਨਤਾ, ਪ੍ਰਬੁੱਧ ਭਾਰਤ। ਠੀਕ ਹੈ ਜੀ, ਇਸ ਚੀਜ਼ ਨੂੰ ਤੁਸੀਂ ਯਾਦ ਰੱਖਣਾ। ਨੈਕਸਟ ਕੁਐਸਚਨ ਵੱਲ ਮੂਵ ਕਰਦੇ ਹਾਂ ਦੋਸਤੋ। ਕੀ ਕਹਿੰਦਾ ਹੈ? ਵਿਦ ਰੈਫਰੈਂਸ ਟੂ ਗੁਰੂ ਤੇਗ ਬਹਾਦਰ ਜੀ ਕੰਸੀਡਰ ਦਾ ਫੋਲੋਇੰਗ ਸਟੇਟਮੈਂਟਸ। ਗੁਰੂ ਤੇਗ ਬਹਾਦਰ ਜੀ ਬਾਰੇ ਗੱਲ ਕਰਨੀ ਹੈ ਆਪਾਂ। ਹੀ ਇਜ਼ ਫੌਂਡਲੀ ਰਿਮੈਂਬਰਡ ਐਜ਼ ਹਿੰਦ ਦੀ ਚਾਦਰ। ਹਿੰਦ ਦੀ ਚਾਦਰ। ਹੀ ਵਾਜ਼ ਦਾ ਸਿਕਸਥ ਗੁਰੂ ਆਫ ਦਾ ਸਿੱਖ ਰਿਲੀਜਨ। ਤਾਂ ਆਪਾਂ ਦੱਸਣਾ ਹੈ ਇਹਨਾਂ 'ਚੋਂ ਕਿਹੜੀ ਸਟੇਟਮੈਂਟ ਸਹੀ ਹੈ। ਤੇ ਪਹਿਲੀ ਸਹੀ ਹੈ, ਦੂਜੀ ਸਹੀ ਹੈ, ਜਾਂ ਦੋਨੇ ਸਹੀ ਹੈ, ਜਾਂ ਫਿਰ ਇੱਕ ਵੀ ਸਹੀ ਨਹੀਂ ਹੈ। ਤਾਂ ਦੇਖੋ, ਜਿਹੜੇ ਗੁਰੂ ਤੇਗ ਬਹਾਦਰ ਜੀ ਸਨ ਨਾ, ਉਹ ਪਹਿਲੀ ਗੱਲ ਤਾਂ ਸਿੱਖਾਂ ਦੇ ਕਿੰਨਵੇਂ ਗੁਰੂ ਹਨ ਦੋਸਤੋ? ਆਪਾਂ ਨੂੰ ਪਤਾ ਹੀ ਹੈ, 9ਵੇਂ ਗੁਰੂ ਹਨ ਸਾਡੇ ਸ਼੍ਰੀ ਗੁਰੂ ਤੇਗ ਬਹਾਦਰ ਜੀ। ਕਲੀਅਰ ਹੈ ਬਈ? ਸ਼੍ਰੀ ਗੁਰੂ ਤੇਗ ਬਹਾਦਰ ਜੀ ਕਿੰਨਵੇਂ ਗੁਰੂ? ਆਪਣੇ 9ਵੇਂ ਗੁਰੂ ਹਨ। ਤੇ ਇਹਨਾਂ ਦੇ ਬੇਟੇ ਮਤਲਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਲਗੀਆਂ ਵਾਲੇ, ਉਹ ਕਿੰਨਵੇਂ ਗੁਰੂ ਹਨ? 10ਵੇਂ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਸ਼੍ਰੀ ਗੁਰੂ ਗੋਬਿੰਦ ਸਿੰਘ ਜੀ। ਠੀਕ ਹੈ, ਇਹ ਹਨ ਆਪਣੇ 10ਵੇਂ ਗੁਰੂ। ਤੇ ਪਹਿਲੇ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ। ਠੀਕ ਹੈ, ਤਾਂ ਆਪਾਂ ਨੂੰ ਪਹਿਲੇ ਆਪਣੇ ਸਾਰੇ 10 ਗੁਰੂ ਯਾਦ ਹੋਣੇ ਚਾਹੀਦੇ। ਤੇ 11ਵੇਂ ਗੁਰੂ ਫਿਰ ਕੌਣ ਨੇ? ਸਾਡੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਕਿਉਂਕਿ ਇਹ ਸਾਡੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕਹਿਤਾ ਸੀ ਕਿ ਅੱਜ ਤੋਂ ਬਾਅਦ ਜੋ ਗੁਰੂ ਗ੍ਰੰਥ ਸਾਹਿਬ ਹੋਣਗੇ ਇਹੀ 11ਵੇਂ ਗੁਰੂ ਨੇ, ਅੰਤਿਮ ਗੁਰੂ ਇਹੀ ਨੇ ਸਾਡੇ। ਠੀਕ ਹੈ, ਤਾਂ ਇਸ ਚੀਜ਼ ਨੂੰ ਤੁਸੀਂ ਧਿਆਨ ਰੱਖਣਾ ਹੈ। ਕਲੀਅਰ? ਹੁਣ 9ਵੇਂ ਗੁਰੂ ਸਾਹਿਬ ਨੂੰ ਹਿੰਦ ਦੀ ਚਾਦਰ ਵੀ ਕਿਹਾ ਜਾਂਦਾ ਸੀ। ਹਿੰਦ ਦੀ ਚਾਦਰ ਵੀ ਕਿਹਾ ਜਾਂਦਾ ਸੀ। ਕਿਉਂ? ਕਿਉਂਕਿ ਇਹਨਾਂ ਨੇ ਕਸ਼ਮੀਰੀ ਪੰਡਤਾਂ ਦੀ, ਜਿਹੜੇ ਕਸ਼ਮੀਰ 'ਚ ਪੰਡਤ ਸਨ, ਉਹ ਇਹਨਾਂ ਕੋਲ ਫਰਿਆਦ ਲੈ ਕੇ ਆਏ ਸਨ ਕਿ ਔਰੰਗਜ਼ੇਬ ਸਾਨੂੰ ਜ਼ਬਰਦਸਤੀ ਕੀ ਕਰ ਰਿਹਾ ਹੈ? ਮੁਸਲਮਾਨ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ, ਕਿਉਂਕਿ ਔਰੰਗਜ਼ੇਬ ਨੇ ਬਹੁਤ ਜ਼ਬਰ ਜ਼ੁਲਮ ਕੀਤਾ ਹੈ ਦੋਸਤੋ। ਠੀਕ ਹੈ, ਤਾਂ ਕਸ਼ਮੀਰੀ ਪੰਡਤ ਆਏ ਸਨ ਗੁਰੂ ਤੇਗ ਬਹਾਦਰ ਜੀ ਕੋਲ। ਤਾਂ ਉਹਨਾਂ ਨੇ ਗੁਰੂ ਤੇਗ ਬਹਾਦਰ ਜੀ ਨੂੰ ਕਿਹਾ ਕਿ ਉਹ, ਗੁਰੂ ਤੇਗ ਬਹਾਦਰ ਜੀ ਕਹਿੰਦੇ ਕਿਸੇ ਮਹਾਂਪੁਰਖ ਦਾ ਕੀ ਚਾਹੀਦਾ ਹੈ? ਸ਼ੀਸ਼ ਚਾਹੀਦਾ ਹੈ। ਤਾਂ ਨਾਲ ਹੀ ਗੁਰੂ ਗੋਬਿੰਦ ਸਿੰਘ ਜੀ ਬੈਠੇ ਸਨ ਇਹਨਾਂ ਦੇ, ਤੇ ਕਹਿੰਦੇ ਪਿਤਾ ਜੀ ਤੁਹਾਡੇ ਤੋਂ ਵੱਡਾ ਦਾਨੀ ਕੌਣ ਹੋ ਸਕਦਾ ਹੈ? ਤਦ ਗੁਰੂ ਤੇਗ ਬਹਾਦਰ ਜੀ ਨੇ ਆਪਣਾ ਜੋ ਸੀਸ ਸੀ ਦਿੱਲੀ ਦੇ ਚਾਂਦਨੀ ਚੌਕ ਵਿੱਚ ਕਟਵਾਇਆ ਸੀ। ਠੀਕ ਹੈ, ਤਾਂ ਦਿੱਲੀ ਦੇ ਚਾਂਦਨੀ ਚੌਕ ਦੇ ਵਿੱਚ ਗੁਰੂ ਸਾਹਿਬ ਜੀ ਦਾ ਜੋ ਸੀ ਕਹਿ ਲਓ ਵੀ ਜ਼ਬਰ ਜ਼ੁਲਮ ਦੇ ਨਾਲ ਔਰੰਗਜ਼ੇਬ ਨੇ ਇਹਨਾਂ ਨੂੰ ਅੰਤਿਮ ਸਮਾਂ ਜੋ ਸੀ ਇਹਨਾਂ ਦਾ ਉੱਥੇ ਹੀ ਸੀ। ਠੀਕ ਹੈ, ਗੁਰੂ ਤੇਗ ਬਹਾਦਰ ਜੀ ਦਾ। ਕਲੀਅਰ ਹੋ ਗਿਆ ਵੀ ਸਾਰਿਆਂ ਨੂੰ? ਫਿਰ ਗੁਰੂ ਤੇਗ ਬਹਾਦਰ ਜੀ ਦਾ ਸੀਸ ਕੋਈ ਲੈ ਕੇ ਆਇਆ ਸੀ? ਕੋਈ ਸੇਵਕ ਸੀ। ਠੀਕ ਹੈ, ਤੇ ਦੇਹ ਸੰਸਕਾਰ ਕਿਸੇ ਹੋਰ ਨੇ ਕੀਤਾ। ਠੀਕ ਹੈ, ਤਾਂ ਇਸ ਤਰ੍ਹਾਂ ਬਹੁਤ ਸਾਰੇ ਨਾਮ ਹਨ, ਉਹ ਆਪਾਂ ਜਦੋਂ ਪੰਜਾਬ ਦੀ ਹਿਸਟਰੀ ਦੇ ਕੁਐਸਚਨਸ ਕਰਾਂਗੇ ਨਾ ਦੋਸਤੋ, ਉਹਦੇ ਤੁਹਾਨੂੰ ਪ੍ਰੋਪਰ ਦੱਸਾਂਗੇ। ਕਲੀਅਰ? ਪਰ ਫਿਲਹਾਲ ਤੁਸੀਂ ਕੀ ਯਾਦ ਰੱਖਣਾ? ਹਿੰਦ ਦੀ ਚਾਦਰ, ਕਿਉਂਕਿ ਹਿੰਦੂਆਂ ਦੀ ਰੱਖਿਆ ਕੀਤੀ, ਇਸ ਕਰਕੇ ਹੀ ਹਿੰਦ ਦੀ ਚਾਦਰ ਕਿਹਾ ਜਾਂਦਾ ਹੈ। ਠੀਕ ਹੋ ਗਿਆ ਬਈ? ਤਾਂ ਗੁਰੂ ਸਾਹਿਬ ਦੀ ਜੋ ਬਾਣੀ ਸੀ, ਠੀਕ ਹੈ, ਗੁਰੂ ਸਾਹਿਬ ਦੀ ਹਿੰਦ ਦੀ ਚਾਦਰ ਮਤਲਬ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਜੈਜਾਵੰਤੀ ਰਾਗ ਵਾਲੀ। ਠੀਕ ਹੈ, ਜੈਜਾਵੰਤੀ ਰਾਗ। ਠੀਕ ਹੈ, ਇਹ ਰਾਗ ਯਾਦ ਰੱਖਣਾ ਹੈ। ਇਹਨਾਂ ਨੇ ਕਿਹੜਾ ਰਾਗ ਕੀਤੀ ਸੀ ਬਾਣੀ? ਜੈਜਾਵੰਤੀ ਰਾਗ। ਠੀਕ ਹੈ, ਇਹ ਬਾਅਦ ਚੋਂ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਜੋ ਸੀ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਕਰਵਾਈ ਸੀ। ਠੀਕ ਹੈ, ਤਾਂ ਇਸ ਨੂੰ ਯਾਦ ਰੱਖਣਾ, ਜੈਜਾਵੰਤੀ ਰਾਗ 'ਚ ਸੀ ਉਹਨਾਂ ਦੀ ਬਾਣੀ। ਕਲੀਅਰ ਹੋ ਗਿਆ ਬਈ? ਤਾਂ ਸਿੱਖਾਂ ਦੇ 9ਵੇਂ ਗੁਰੂ ਸਨ, ਨਾ ਕਿ
6ਵੇਂ ਗੁਰੂ ਸਨ। ਠੀਕ ਹੈ, 6ਵੇਂ ਗੁਰੂ ਨਹੀਂ ਸਨ ਬਲਕਿ ਕਿੰਨਵੇਂ ਸਨ? 9ਵੇਂ ਗੁਰੂ ਸਨ। ਕਲੀਅਰ ਹੋ ਗਿਆ ਬਈ। ਇਸ ਤੋਂ ਬਾਅਦ ਹਿੰਦ ਦੀ ਚਾਦਰ ਵੀ ਹੋ ਗਏ ਗੁਰੂ ਸਾਹਿਬ। ਤਾਂ ਤੁਹਾਨੂੰ ਪਤਾ ਹੀ ਹੈ, ਜਦੋਂ ਗੁਰੂ 8ਵੇਂ ਗੁਰੂ ਜੀ ਸਨ, ਠੀਕ ਹੈ, ਸ਼੍ਰੀ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ, ਉਹਨਾਂ ਨੇ ਕੀ ਕਿਹਾ ਸੀ ਜਦੋਂ ਉਹਨਾਂ ਦਾ ਅੰਤਿਮ ਸਮਾਂ ਸੀ, ਕਿਉਂਕਿ ਉਹ ਬਾਲ ਅਵਸਥਾ ਵਿੱਚ ਸਨ, ਸਭ ਤੋਂ ਛੋਟੀ ਉਮਰ ਦੇ ਗੁਰੂ ਸਾਡੇ 8ਵੇਂ ਗੁਰੂ ਸਨ, ਹੈ ਨਾ। 8ਵੇਂ ਗੁਰੂ ਸ਼੍ਰੀ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ, ਉਹਨਾਂ ਨੇ ਕਿਹਾ ਸੀ ਆਪਣੇ ਅੰਤਿਮ ਵੇਲੇ ਬਕਾਲਾ, ਬਕਾਲਾ ਸ਼ਬਦ ਦਾ ਇਸਤੇਮਾਲ ਕੀਤਾ ਸੀ। ਠੀਕ ਹੈ, ਤੇ ਬਾਬਾ ਬਕਾਲਾ ਕਿਸ ਨੂੰ ਕਹਿੰਦੇ ਸਨ? ਤਾਂ ਆਪਾਂ ਕਹਿੰਦੇ ਹਾਂ ਗੁਰੂ ਤੇਗ ਬਹਾਦਰ ਜੀ ਨੂੰ। ਬਾਬਾ ਬਕਾਲਾ ਵੀ ਕਿਸ ਨੂੰ ਕਿਹਾ ਜਾਂਦਾ? ਗੁਰੂ ਤੇਗ ਬਹਾਦਰ ਜੀ ਨੂੰ। ਉੱਥੇ ਹੀ ਕੌਣ ਮਿਲਿਆ ਸੀ? ਗੁਰੂ ਤੇਗ ਬਹਾਦਰ ਜੀ। ਇਹਨਾਂ ਨੂੰ ਲੱਭਣ ਲਈ ਇੱਕ ਪਰਸਨ ਆਇਆ ਸੀ, ਉਸ ਪਰਸਨ ਦਾ ਤੁਸੀਂ ਨਾਮ ਦੱਸਣਾ ਕਮੈਂਟ ਸੈਕਸ਼ਨ ਦੇ ਵਿੱਚ, ਜੋ ਗੁਰੂ ਲੱਭਣ ਲਈ ਆਇਆ ਸੀ। ਤੇ ਜਦੋਂ ਲੱਭ ਗਏ ਸੀ ਗੁਰੂ ਸਾਹਿਬ, ਉਦੋਂ ਉਹਨਾਂ ਨੇ ਕੀ ਕਿਹਾ? ਗੁਰੂ ਲਾਧੋ ਰੇ, ਗੁਰੂ ਲਾਧੋ ਰੇ, ਆਹ ਸ਼ਬਦ ਨਿਕਲੇ ਸੀ। ਠੀਕ ਹੈ, ਗੁਰੂ ਲਾਧੋ ਰੇ। ਤਾਂ ਇਹਦੀ ਹਿਸਟਰੀ ਵੀ ਦੋਸਤੋ ਹੈ ਇੱਕ, ਕਿ ਗੁਰੂ ਲਾਧੋ ਰੇ ਕਿਵੇਂ ਹੋਇਆ। ਜਦੋਂ ਉਹ ਸੇਵਕ ਗੁਰੂ ਸਾਹਿਬ ਦੇ ਬਾਬਾ ਬਕਾਲਾ ਜੀ ਨੂੰ, ਆਪਣੇ ਗੁਰੂ ਹਰਕ੍ਰਿਸ਼ਨ ਸਾਹਿਬ ਨੂੰ ਮਿਲਣ ਤੋਂ ਬਾਅਦ ਬਾਬਾ ਬਕਾਲਾ ਆਏ, ਤਾਂ ਉੱਥੇ ਗੁਰੂ ਤੇਗ ਬਹਾਦਰ ਦੀ ਤਰ੍ਹਾਂ ਹੀ ਬਹੁਤ ਸਾਰੇ ਇੱਦਾਂ ਹੀ ਗੁਰੂ ਬਣ ਕੇ ਬੈਠੇ ਸਨ, ਤੇ ਉਹਨਾਂ ਨੂੰ ਲੋਕਾਂ ਨੇ ਚੜਾਵਾ ਚੜਾਇਆ ਸੀ। ਠੀਕ ਹੈ, ਇੱਕ ਸਾਈਡ ਤੇ ਸਾਡੇ ਗੁਰੂ ਤੇਗ ਬਹਾਦਰ ਜੀ ਵੀ ਬੈਠੇ ਸਨ। ਉਸ ਸਮੇਂ ਕਿਹਾ ਜਾਂਦਾ ਹੈ ਕਿ ਉਸ ਸਿੱਖ ਨੇ ਕੀ ਕੀਤਾ ਸੀ ਕਿ ਸਾਰਿਆਂ ਨੂੰ ਮਾਇਆ ਚੜਾਈ। ਜਦੋਂ ਮਾਇਆ ਚੜਾਈ ਤਾਂ ਗੁਰੂ ਤੇਗ ਬਹਾਦਰ ਜੀ ਨੇ ਕਿਹਾ ਵੀ ਤੂੰ ਮੈਨੂੰ ਘੱਟ ਚੜਾਈ ਹੈ ਮਾਇਆ, ਜਦ ਕਿ ਤੇਰੇ ਮਨ ਦੇ ਵਿੱਚ ਇੰਨੀ ਮਾਇਆ ਚੜਾਉਣ ਦੀ ਗੱਲ ਹੋਈ ਸੀ, ਤੇਰੇ ਮਨ 'ਚ ਸੀ ਵੀ ਇੰਨੀ ਚੜਾਊਂਗਾ, ਠੀਕ ਹੈ, ਪਰ ਤੂੰ ਨਹੀਂ ਚੜਾਈ। ਤਾਂ ਉਸ ਸਮੇਂ ਉਹਨਾਂ ਨੂੰ ਪਤਾ ਲੱਗ ਗਿਆ ਕਿ ਜਿਹੜਾ ਦਿਲਾਂ ਦੀਆਂ ਜਾਣਦਾ ਨਾ, ਉਹੀ ਸੱਚੇ ਪਾਤਸ਼ਾਹ ਹੈ। ਤਾਂ ਉਦੋਂ ਕੌਣ ਮਿਲ ਗਏ? ਉਦੋਂ ਗੁਰੂ ਤੇਗ ਬਹਾਦਰ ਜੀ ਮਿਲ ਗਏ। ਫਿਰ ਇਹਨਾਂ ਨੂੰ ਗੁਰਗੱਦੀ ਦਿੱਤੀ ਗਈ ਸੀ। ਠੀਕ ਹੈ ਜੀ, ਤਾਂ ਹੀ ਇਹ 9ਵੇਂ ਗੁਰੂ ਆਪਣੇ ਬਣੇ ਸਨ। ਕਲੀਅਰ ਹੈ ਬਈ। ਤਾਂ ਆਪਣੀ ਰਾਈਟ ਆਪਸ਼ਨ ਕੀ ਹੋ ਜਾਏਗੀ? ਹਿੰਦ ਦੀ ਚਾਦਰ ਇਹਨਾਂ ਨੂੰ ਕਿਹਾ ਜਾਂਦਾ ਸੀ। ਕਲੀਅਰ। ਨੈਕਸਟ ਕੁਐਸਚਨ ਵੱਲ ਮੂਵ ਕਰਦੇ ਹਾਂ ਮਿੱਤਰ ਪਿਆਰਿਓ। ਤਾਂ ਕੀ ਕਹਿੰਦਾ ਹੈ ਨੈਕਸਟ ਕੁਐਸਚਨ, ਦੇਖੋ। ਵਿਦ ਰੈਫਰੈਂਸ ਟੂ ਡਾਕਟਰ ਭੀਮ ਰਾਓ ਜੀ ਅੰਬੇਦਕਰ, ਕੰਸੀਡਰ ਦਾ ਫੋਲੋਇੰਗ। ਸਟੇਟਮੈਂਟ ਪਹਿਲੀ ਹੈ ਕਿ ਉਹਨਾਂ ਨੇ ਪਾਰਟਿਸਿਪੇਟ ਕੀਤਾ ਤਿੰਨੋਂ ਦੀਆਂ ਤਿੰਨੋਂ ਗੋਲਮੇਜ਼ ਸੰਮੇਲਨਾਂ ਦੇ ਵਿੱਚ, ਰਾਊਂਡ ਟੇਬਲ ਕਾਨਫਰੰਸ ਦੇ ਵਿੱਚ, ਮਤਲਬ ਤਿੰਨੋਂ ਗੋਲਮੇਜ਼ ਸੰਮੇਲਨਾਂ ਦੇ ਵਿੱਚ। ਉਹਨਾਂ ਨੇ ਪੂਨਾ ਪੈਕਟ ਸਾਈਨ ਕੀਤਾ ਮਹਾਤਮਾ ਗਾਂਧੀ ਜੀ ਨਾਲ। ਉਹਨਾਂ ਨੇ ਇੰਡੀਪੈਂਡੈਂਟ ਲੇਬਰ ਪਾਰਟੀ ਬਣਾਈ, ਦੱਸਣਾ ਆਪਾਂ। ਠੀਕ ਹੈ, ਤਾਂ ਦੇਖੋ ਪਹਿਲਾ ਸਹੀ ਹੈ, ਦੂਜਾ ਤੇ ਤੀਜਾ ਸਹੀ ਹੈ, ਤੀਜਾ ਸਹੀ ਹੈ, ਜਾਂ ਫਿਰ ਪਹਿਲਾ ਦੂਜਾ ਤੀਜਾ ਤਿੰਨੋਂ ਹੀ ਸਹੀ ਹੈ। ਤਾਂ ਦੇਖੋ ਦੋਸਤੋ, ਰਾਊਂਡ ਟੇਬਲ ਕਾਨਫਰੰਸਿਸ ਹੋਈਆਂ ਸੀ, ਜਿਨ੍ਹਾਂ ਦੇ ਵਿੱਚ ਡਾਕਟਰ ਭੀਮ ਰਾਓ ਅੰਬੇਦਕਰ ਸਾਹਿਬ ਨੇ ਤਿੰਨਾਂ ਦੇ ਵਿੱਚ ਹਿੱਸਾ ਲਿਆ ਸੀ। ਤਿੰਨਾਂ ਦੇ ਵਿੱਚ ਹਿੱਸਾ ਲਿਆ ਸੀ। ਇਹਨਾਂ ਦੇ ਨਾਲ ਨਾਲ ਹੋਰ ਕਿਹਨੇ ਹਿੱਸਾ ਲਿਆ ਸੀ? ਤੇਜ਼ ਬਹਾਦਰ ਸਪਰੂ, ਤੇਜ਼ ਬਹਾਦਰ ਸਪਰੂ। ਠੀਕ ਹੈ, ਇਹਨਾਂ ਨੇ ਵੀ ਹਿੱਸਾ ਲਿਆ ਸੀ ਦੋਸਤੋ। ਤੇਜ਼ ਬਹਾਦਰ ਸਪਰੂ ਪਲੱਸ ਡਾਕਟਰ ਸਾਹਿਬ, ਠੀਕ ਹੈ, ਡਾਕਟਰ BR ਅੰਬੇਦਕਰ ਸਾਹਿਬ, ਇਹਨਾਂ ਨੇ ਤਿੰਨੋਂ ਰਾਊਂਡ ਟੇਬਲ ਕਾਨਫਰੰਸ ਦੇ ਵਿੱਚ ਹਿੱਸਾ ਲਿਆ ਸੀ ਲੰਡਨ ਦੇ ਵਿੱਚ। ਕਲੀਅਰ। ਉਸ ਸਮੇਂ ਪ੍ਰਧਾਨ ਮੰਤਰੀ ਕੌਣ ਸੀ ਦੋਸਤੋ ਤੀਜੀ ਰਾਊਂਡ ਟੇਬਲ ਕਾਨਫਰੰਸ ਦੇ ਦੌਰਾਨ? ਰੈਮਸੇ ਮੈਕਡੋਨਲਡ, ਰੈਮਸੇ ਮੈਕਡੋਨਲਡ। ਅੱਜ ਮੈਕਡੋਨਲਡ ਦਾ ਪੀਜ਼ਾ ਖਾ ਰਹੇ ਹੋ ਨਾ, ਉਹ ਸੌਰੀ ਬਰਗਰ ਖਾ ਰਹੇ ਹੋ, ਠੀਕ ਹੈ, ਤਾਂ ਉਹਦਾ ਨਾਮ ਹੀ ਸੀ ਮੈਕਡੋਨਲਡ। ਕਲੀਅਰ। ਤਾਂ ਰੈਮਸੇ ਸੀ, ਉਹ ਪ੍ਰਧਾਨ ਮੰਤਰੀ ਸੀ ਉਸ ਸਮੇਂ ਦਾ। ਕਲੀਅਰ ਹੋ ਗਿਆ ਬਈ। ਤਾਂ ਜਦੋਂ ਦੂਜੀ ਰਾਊਂਡ ਟੇਬਲ ਕਾਨਫਰੰਸ ਹੋਈ ਸੀ ਨਾ 1931 ਵਾਲੀ, ਠੀਕ ਹੈ, ਉਸ ਸਮੇਂ ਦੂਜੀ ਦੇ ਵਿੱਚ ਸਾਡੇ ਮਹਾਤਮਾ ਗਾਂਧੀ ਜੀ ਅਤੇ ਇੰਡੀਅਨ ਨੈਸ਼ਨਲ ਕਾਂਗਰਸ ਦੇ ਜੋ ਲੀਡਰ ਸੀ ਉਹ ਵੀ ਗਏ ਸਨ। ਇੰਡੀਅਨ ਨੈਸ਼ਨਲ ਕਾਂਗਰਸ ਦੇ ਲੀਡਰ ਜਾਂ ਕਹਿ ਲਓ ਪਲੱਸ ਮਹਾਤਮਾ ਗਾਂਧੀ ਜੀ ਗਏ ਸਨ। ਠੀਕ ਹੈ, ਇਹ ਵੀ ਗਏ ਸਨ, ਤੇ ਉੱਥੇ ਡਾਕਟਰ ਭੀਮ ਰਾਓ ਅੰਬੇਦਕਰ ਜੀ ਵੀ ਸਨ। ਤਾਂ ਡਾਕਟਰ ਭੀਮ ਰਾਓ ਅੰਬੇਦਕਰ ਜੀ ਐਂਡ ਮਹਾਤਮਾ ਗਾਂਧੀ ਜੀ ਦੇ ਵਿਚਕਾਰ ਕੁਝ ਮਤਭੇਦ ਹੋਏ ਕਮਿਊਨਲ ਅਵਾਰਡ ਨੂੰ ਲੈ ਕੇ, ਕਿਉਂਕਿ ਡਾਕਟਰ ਸਾਹਿਬ ਕਹਿੰਦੇ ਸਨ ਸਾਡੇ ਦਲਿਤ ਦੀਆਂ ਸੀਟਾਂ ਵੱਖਰੀਆਂ ਰੱਖੀਆਂ ਜਾਣ, ਵੱਖਰੇ ਇਲੈਕਸ਼ਨਸ ਹੋਣ, ਕਮਿਊਨਲ ਅਵਾਰਡ ਕਹਿੰਦੇ ਉਹਨੂੰ। ਠੀਕ ਹੈ, ਵੱਖਰੀਆਂ ਸੀਟਾਂ ਹੋਣ ਸਾਨੂੰ ਦਲਿਤਾਂ ਦੀਆਂ, ਕਲੀਅਰ, ਤੇ ਵੱਖਰੇ ਸਾਡੇ ਇਲੈਕਸ਼ਨਸ ਹੋਣ। ਤਾਂ ਮਹਾਤਮਾ ਗਾਂਧੀ ਜੀ ਕਹਿੰਦੇ ਇਸ ਤਰ੍ਹਾਂ ਨਹੀਂ ਹੋ ਸਕਦਾ। ਠੀਕ ਹੈ, ਇਹਨਾਂ ਦੇ ਵਿਰੋਧ 'ਚ ਹੋ ਗਈ। ਤਾਂ ਅੰਗਰੇਜ਼ਾਂ ਨੂੰ ਹੋਰ ਕੀ ਚਾਹੀਦਾ ਸੀ ਦੋਸਤੋ? ਅੰਗਰੇਜ਼ਾਂ ਨੂੰ ਹੋਰ ਕੀ ਚਾਹੀਦਾ ਸੀ ਬਈ? ਅੰਗਰੇਜ਼ਾਂ ਨੂੰ ਇਹੀ ਚਾਹੀਦਾ ਸੀ ਵੀ ਫੁੱਟ ਪਾਓ ਤੇ ਰਾਜ ਕਰੋ। ਤਾਂ ਫੁੱਟ ਤਾਂ ਪੈ ਗਈ ਸੀ। ਬਾਅਦ 'ਚ ਮੁਹੰਮਦ ਅਲੀ ਜਿੰਨਾ ਨੇ ਵੀ ਕਹਿਤਾ ਵੀ ਸਾਡੇ ਇਲੈਕਸ਼ਨ ਕਰਾਓ। ਤਾਂ ਦੋਸਤੋ ਇਹਨਾਂ ਦੇ ਅਲੱਗ-ਅਲੱਗ ਇਲੈਕਸ਼ਨ ਹੋਏ। ਦਲਿਤ ਜਾਤੀ ਦੇ ਜੋ
ਚੇਅਰਪਰਸਨ ਬਣੇ ਉਹ ਡਾਕਟਰ ਭੀਮ ਰਾਓ ਅੰਬੇਦਕਰ ਜੀ ਬਣੇ ਸਨ। ਠੀਕ ਹੈ। ਉਧਰੋਂ ਮੁਹੰਮਦ ਅਲੀ ਜਿੰਨਾ ਬਣ ਗਿਆ ਸੀ ਮੁਸਲਮਾਨ ਵਾਲੇ ਇਲਾਕਿਆਂ ਚੋਂ। ਕਲੀਅਰ ਹੋ ਗਿਆ ਵੀ ਮੁਸਲਿਮ ਇਲਾਕੇ 'ਚ ਕੌਣ ਬਣ ਗਿਆ? ਮੁਹੰਮਦ ਅਲੀ ਜਿੰਨਾ ਅਤੇ ਦਲਿਤ ਜਾਤੀ ਚੋਂ ਬਣ ਗਏ ਸਾਡੇ ਡਾਕਟਰ ਭੀਮ ਰਾਓ ਜੀ ਅੰਬੇਦਕਰ। ਮਹਾਤਮਾ ਗਾਂਧੀ ਜੀ ਇਸ ਗੱਲੋਂ ਨਾਰਾਜ਼ ਹੋ ਕੇ ਲੰਡਨ ਤੋਂ ਵਾਪਸ ਆ ਗਏ ਸੀ। ਕਲੀਅਰ। ਫਿਰ ਇਹਨਾਂ ਦੇ ਵਿਚਕਾਰ ਮਤਭੇਦ ਰਿਹਾ ਤਾਂ 24 ਸਤੰਬਰ ਲਿਖਿਆ ਨਾ ਹੀ ਸਾਈਨ ਦਾ ਪੂਨਾ ਪੈਕਟ ਵਿਦ ਮਹਾਤਮਾ ਗਾਂਧੀ ਜੀ। ਉਹਨਾਂ ਨੇ ਮਹਾਤਮਾ ਗਾਂਧੀ ਨਾਲ ਪੂਨਾ ਪੈਕਟ ਕੀਤਾ ਸੀ, ਪੂਨਾ ਸਮਝੌਤਾ। ਕਦੋਂ ਹੋਇਆ ਪੂਨਾ ਸਮਝੌਤਾ? ਪੂਨੇ ਮਤਲਬ ਪੂਨੇ ਮਹਾਰਾਸ਼ਟਰ 'ਚ ਹੈ ਨਾ, ਪੂਨੇ ਮਹਾਰਾਸ਼ਟਰ 'ਚ ਹੈ। ਉੱਥੇ ਗਾਂਧੀ ਜੀ ਉਸ ਸਮੇਂ ਜੇਲ੍ਹ 'ਚ ਸਨ। ਕਿਹੜੀ? ਯਰਵਦਾ ਜੇਲ੍ਹ। ਕਿਹੜੀ ਸੀ ਵੀ? ਯਰਵਦਾ ਜੇਲ੍ਹ ਦੇ ਵਿੱਚ ਸਨ। ਠੀਕ ਹੈ। ਤੇ ਇਹਨਾਂ ਨਾਲ ਇਹ ਗਾਂਧੀ ਜੀ ਨੂੰ ਮਿਲੇ। ਕਿਹਦੇ ਕਹਿਣ ਤੇ ਮਿਲੇ? ਤਾਂ ਇਹ ਮਿਲੇ ਸੀ ਡਾਕਟਰ ਰਾਜਿੰਦਰ ਪ੍ਰਸਾਦ, ਡਾਕਟਰ ਰਾਜਿੰਦਰ ਪ੍ਰਸਾਦ ਐਂਡ ਡਾਕਟਰ ਰਾਜਿੰਦਰ ਪ੍ਰਸਾਦ ਐਂਡ MMM ਮਦਨ ਮੋਹਨ ਮਾਲਵੀਆ ਜੀ ਦੇ ਕਹਿਣ ਤੇ ਇਹ ਗਾਂਧੀ ਜੀ ਨੂੰ ਮਿਲੇ ਸਨ ਤੇ ਇਹਨਾਂ ਨੇ ਪੂਨਾ ਪੈਕਟ ਕੀਤਾ, ਪੂਨਾ ਸਮਝੌਤਾ ਹੋਇਆ, ਇਹਨਾਂ ਦੀਆਂ ਸੀਟਾਂ ਵਧਾਈਆਂ ਗਈਆਂ। ਠੀਕ ਹੈ। ਜਿਹੜੇ ਦਲਿਤ ਭਾਈਚਾਰੇ ਦੀਆਂ। ਕਲੀਅਰ ਹੈ ਵੀ। ਤਾਂ ਜੋ ਮਹਾਤਮਾ ਗਾਂਧੀ ਜੀ ਵੱਲੋਂ ਜਾਂ ਕਹਿ ਲਓ INC ਵੱਲੋਂ ਜਾਂ ਪੂਰੇ ਇੰਡੀਆ ਵੱਲੋਂ ਬਾਅਦ ਚ ਸਾਈਨ ਕਿਹਨੇ ਕੀਤਾ ਸੀ? ਤਾਂ ਕਿਉਂਕਿ ਗਾਂਧੀ ਜਦੋਂ ਬਹੁਤ ਬਿਮਾਰ ਸਨ, ਉਹ ਸਾਈਨ ਨਹੀਂ ਕਰ ਸਕਦੇ ਸਨ, ਤਾਂ ਉਹਨਾਂ ਦੀ ਜਗ੍ਹਾ ਸਾਈਨ ਕਿਹਨੇ ਕੀਤੇ ਸੀ? ਮਦਨ ਮੋਹਨ ਮਾਲਵੀਆ ਨੇ। ਬਹੁਤ ਇੰਪੋਰਟੈਂਟ ਕੁਐਸਚਨ ਕਿ ਪੂਨਾ ਪੈਕਟ ਤੇ ਸਾਈਨ ਕਿਹਦੇ ਹੋਏ ਸੀ? ਸਾਈਨ ਅਸਲ 'ਚ ਸਮਝੌਤਾ ਹੋਇਆ ਕਿਹਦੇ ਵਿਚਕਾਰ ਸੀ? ਮਹਾਤਮਾ ਗਾਂਧੀ ਜੀ ਅਤੇ ਡਾਕਟਰ ਭੀਮ ਰਾਓ ਅੰਬੇਦਕਰ ਜੀ ਵਿਚਕਾਰ। ਪਰੰਤੂ ਸਾਈਨ ਜੋ ਗਾਂਧੀ ਜੀ ਵੱਲੋਂ ਕੀਤੇ ਗਏ ਸੀ ਉਹ ਕਿਹਨੇ ਕੀਤੇ ਸੀ? ਮਦਨ ਮੋਹਨ ਮਾਲਵੀਆ ਜੀ ਨੇ, ਕਿਉਂਕਿ ਗਾਂਧੀ ਜੀ ਉਦੋਂ ਕੀ ਸਨ? ਬਿਮਾਰ। ਤੇ ਨਾਲ ਹੀ ਕਿਹਨੇ ਕੀਤੇ ਸੀ? ਡਾਕਟਰ BR ਅੰਬੇਡਕਰ ਸਾਹਿਬ ਨੇ। ਕਲੀਅਰ। ਤੇ ਉਸ ਸਮੇਂ ਡਾਕਟਰ BR ਅੰਬੇਡਕਰ ਸਾਹਿਬ ਨੇ ਇਹ ਵੀ ਕਿਹਾ ਸੀ ਕਿ ਬਾਪੂ ਤੁਸੀਂ ਜੋ ਤੁਹਾਡਾ ਅਹਿੰਸਾ ਦਾ ਹਥਿਆਰ ਹੈ ਨਾ, ਇਹ ਨਾ ਵਰਤਿਆ ਕਰੋ, ਭੁੱਖ ਹੜਤਾਲ ਨਾ ਕਰਿਆ ਕਰੋ, ਮਰਨ ਵਰਤੇ ਨਾ ਜਾਇਆ ਕਰੋ, ਕਿਉਂਕਿ ਦੇਸ਼ ਨੂੰ ਤੁਹਾਡੀ ਬਹੁਤ ਜ਼ਿਆਦਾ ਜ਼ਰੂਰਤ ਹੈ। ਠੀਕ ਹੈ। ਇਸ ਚੀਜ਼ ਨੂੰ ਤੁਸੀਂ ਧਿਆਨ ਰੱਖਣਾ ਦੋਸਤੋ। ਤਾਂ ਆਪਣੀ ਰਾਈਟ ਆਪਸ਼ਨ। ਇਸ ਤੋਂ ਬਾਅਦ ਉਹਨਾਂ ਨੇ ਇੰਡੀਪੈਂਡੈਂਟ ਲੇਬਰ ਪਾਰਟੀ ਦੀ ਵੀ ਸਥਾਪਨਾ ਕੀਤੀ ਹੈ ਦੋਸਤੋ। ਕਲੀਅਰ ਹੈ ਵੀ। ਦਲਿਤ ਭਾਈਚਾਰੇ ਲਈ ਉਹਨਾਂ ਨੇ ਇੰਡੀਪੈਂਡੈਂਟ ਲੇਬਰ ਪਾਰਟੀ ਦੀ, ਮਜ਼ਦੂਰ ਸੰਘ ਦੀ ਵੀ ਸਥਾਪਨਾ ਕੀਤੀ ਹੈ। ਤਾਂ ਆਪਣੀ ਰਾਈਟ ਆਪਸ਼ਨ ਕੀ ਹੋ ਜਾਏਗੀ? ਪਹਿਲੀ, ਦੂਜੀ ਅਤੇ ਤੀਜੀ। ਤਾਂ ਆਹ ਜਿਹੜਾ ਪੈਕਟ ਹੋਇਆ ਸੀ ਦੋਸਤੋ, ਹੋਇਆ ਕਦੋਂ ਸੀ? ਇਹ ਵੀ ਲਿਖ ਲਓ। ਇਹ ਹੋਇਆ ਸੀ 24 ਸਤੰਬਰ 1932। 24 ਸਤੰਬਰ 1932 ਦੇ ਵਿੱਚ ਇਹ ਪੂਨਾ ਸਮਝੌਤਾ ਹੋਇਆ ਸੀ ਗਾਂਧੀ ਜੀ ਅਤੇ ਡਾਕਟਰ ਭੀਮ ਰਾਓ ਜੀ ਅੰਬੇਡਕਰ ਦੇ ਵਿਚਕਾਰ। ਕਲੀਅਰ। ਨੈਕਸਟ ਕੁਐਸਚਨ ਵੱਲ ਮੂਵ ਕਰਦੇ ਹਾਂ ਮਿੱਤਰ ਪਿਆਰਿਓ। ਤਾਂ ਕੁਐਸਚਨ ਕੀ ਕਹਿੰਦਾ ਹੈ? ਧਿਆਨ ਨਾਲ ਸੁਣਨਾ ਹੈ। With reference to Subhash Chandra Bose, consider the following statements. He opposed Motilal Nehru report on the issue of dominion status for India. He opposed the suspension of the civil disobedience movement. He won the Congress presidential election at Haripura in 1938. ਤਾਂ ਦੋਸਤੋ ਤੁਹਾਨੂੰ ਦੱਸ ਦੇਣਾ ਚਾਹੂੰਗਾ ਕਿ ਡੋਮੀਨੀਅਨ ਸਟੇਟ ਦਾ ਮਤਲਬ ਕੀ ਹੁੰਦਾ ਹੈ? ਡੋਮੀਨੀਅਨ ਸਟੇਟ ਹੁੰਦਾ, ਮੋਤੀਲਾਲ ਨਹਿਰੂ ਜੀ ਕੀ ਕਹਿੰਦੇ ਹਨ? ਡੋਮੀਨੀਅਨ ਸਟੇਟ ਬਣਾ ਦਿਓ ਭਾਰਤ ਨੂੰ। ਠੀਕ ਹੈ। ਮਤਲਬ ਸਾਡੇ ਤੇ ਅੰਗਰੇਜ਼ਾਂ ਦਾ ਰਾਜ ਹੋਏਗਾ, ਕੁਝ ਥੱਲੇ ਵਾਲੇ ਅਹੁਦੇ ਸਾਨੂੰ ਮਿਲ ਜਾਣਗੇ ਤੇ ਕੁਝ ਅਹੁਦਿਆਂ ਤੇ, ਪਰ ਮੇਨ ਰਾਜ ਕਿਹਦਾ ਚੱਲੇਗਾ? ਅੰਗਰੇਜ਼ਾਂ ਦਾ ਹੀ ਚੱਲੇਗਾ। ਠੀਕ ਹੈ। ਮਤਲਬ ਸੰਵਿਧਾਨ ਵੀ ਉਹਨਾਂ ਦੇ ਅਨੁਸਾਰ ਹੀ ਚੱਲੇਗਾ ਸਾਰਾ। ਤਾਂ ਜਿਹੜੇ ਸੁਭਾਸ਼ ਚੰਦਰ ਜੀ ਬੋਸ ਸਨ ਇਸ ਚੀਜ਼ ਦੇ ਕੀ ਸਨ? ਖਿਲਾਫ। ਤਾਂ ਪਹਿਲੀ ਆਪਸ਼ਨ ਕੀ ਹੋਗੀ? ਸਹੀ। ਕਲੀਅਰ। ਦੂਜਾ ਕੀ ਹੋਇਆ? ਕਿਉਂਕਿ ਮੋਤੀਲਾਲ ਨਹਿਰੂ ਜੀ ਨੂੰ ਕਿਹਾ ਗਿਆ ਸੀ ਕਿ ਤੁਸੀਂ ਸੰਵਿਧਾਨ ਬਣਾ ਦਿਓ, ਉਹਨਾਂ ਨੇ ਡੋਮੀਨੀਅਨ ਸਟੇਟਸ ਬਣਾਤਾ ਤੇ ਇਹਨਾਂ ਦਾ ਜੋ ਸੰਵਿਧਾਨ ਸੀ ਉਹ ਫੇਲ ਹੋ ਗਿਆ। ਠੀਕ ਹੈ। ਪਰ ਇਹਦੇ ਵਿੱਚ ਕੁਝ ਪੁਆਇੰਟ ਬਾਅਦ ਚੋਂ ਡਾਕਟਰ ਭੀਮ ਰਾਓ ਅੰਬੇਦਕਰ ਸਾਹਿਬ ਨੇ ਚੱਕੇ ਵੀ ਨੇ, ਸ਼ਾਮਿਲ ਕੀਤੇ ਨੇ। ਠੀਕ ਹੈ। ਇਸ ਤੋਂ ਬਾਅਦ ਹੀ ਅਪੋਜ਼ ਦ ਸਸਪੈਂਸ਼ਨ ਆਫ ਸਿਵਲ ਡਿਸਓਬੀਡੀਐਂਸ ਮੂਵਮੈਂਟ। ਤਾਂ ਇਹਨਾਂ ਨੇ, ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ, ਗਾਂਧੀ ਜੀ ਨੇ ਜੋ ਆਪਣਾ ਅਸਹਿਯੋਗ ਅੰਦੋਲਨ ਵਾਪਸ ਲਿਆ ਸੀ 1922 ਦੇ ਵਿੱਚ, ਕਿਉਂਕਿ ਚੋਰੀ ਚੋਰਾ ਦੀ ਘਟਨਾ ਹੋ ਗਈ ਸੀ ਤੇ ਉਹਦਾ ਇਹਨਾਂ ਨੇ ਵਿਰੋਧ ਕੀਤਾ ਸੀ। ਇਹ ਵੀ ਆਪਸ਼ਨ ਸਹੀ ਹੋ ਗਈ। ਹੀ ਵਨ ਦਾ ਕਾਂਗਰਸ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਐਟ ਹਰੀਪੁਰਾ। ਹਰੀਪੁਰਾ ਦੇ ਵਿੱਚ ਇਹਨਾਂ ਨੇ 1938 ਦੇ ਵਿੱਚ ਪ੍ਰੈਜ਼ੀਡੈਂਟ ਬਣੇ ਸੀ ਇਹ। ਠੀਕ ਹੈ। ਇੰਡੀਅਨ ਨੈਸ਼ਨਲ ਕਾਂਗਰਸ ਦੇ। ਠੀਕ ਹੈ। ਇਹ ਵੀ ਸਹੀ ਹੈ, ਇਹ ਵੀ ਰਾਈਟ ਆਪਸ਼ਨ ਹੈ। ਕਲੀਅਰ ਹੈ ਬਈ। ਤਾਂ ਤਿੰਨੋਂ ਦੇ ਤਿੰਨੋਂ ਕੀ ਹੋਣਗੇ? ਸਾਡੇ ਰਾਈਟ ਹੋ ਜਾਣਗੇ। ਕਲੀਅਰ। ਇਸ ਚੀਜ਼ ਦਾ ਧਿਆਨ ਰੱਖਣਾ, ਪੁੱਛਿਆ ਜਾਂਦਾ ਹੈ ਹਰੀਪੁਰਾ ਦੇ ਵਿੱਚ ਕੌਣ ਜਿੱਤਿਆ ਸੀ ਪ੍ਰੈਜ਼ੀਡੈਂਟ ਇਲੈਕਸ਼ਨ? ਤਾਂ ਉਹ ਜਿੱਤੇ ਸੀ ਸੁਭਾਸ਼ ਚੰਦਰ ਬੋਸ। ਕਦੋਂ? 1938 ਦੇ ਵਿੱਚ, 1938। ਕਲੀਅਰ। ਨੈਕਸਟ ਕੁਐਸਚਨ ਵੱਲ ਮੂਵ ਕਰਦੇ ਹਾਂ ਮਿੱਤਰ ਪਿਆਰਿਓ। ਜੇ ਤੁਹਾਨੂੰ ਲੱਗ ਰਿਹਾ ਵੀ ਆਪਾਂ ਸੱਚੀ ਤੁਹਾਡੇ ਲਈ ਐਫਰਟ ਲਾ ਰਹੇ ਹਾਂ ਕੋਈ, ਠੀਕ ਹੈ, ਇੰਨਾ ਤੁਹਾਨੂੰ ਕੰਟੈਂਟ ਇੱਥੇ ਹੀ ਪੜ੍ਹਾ ਰਹੇ ਹਾਂ ਦੇਖੋ, ਠੀਕ ਹੈ, ਤਾਂ ਤੁਹਾਡਾ ਫਰਜ਼ ਬਣਦਾ ਇੱਕ ਛੋਟਾ ਜਿਹਾ ਲਾਈਕ ਹੀ ਹੈ, ਵੀਡੀਓ ਨੂੰ ਸ਼ੇਅਰ ਕਰਨਾ,
ਕਿਉਂਕਿ ਤੁਸੀਂ ਸ਼ੇਅਰ ਕਰੋਗੇ ਮੈਕਸਿਮਮ ਲੋਕਾਂ ਤੱਕ ਪਹੁੰਚੇਗੀ, ਤੇ ਜਦੋਂ ਆਪਣੀ ਵੀਡੀਓ ਲੋਕ ਦੇਖਣਗੇ ਉਸ ਸਮੇਂ ਉਹਨਾਂ ਦਾ ਫਾਇਦਾ ਜ਼ਰੂਰ ਹੋਏਗਾ, ਕਿਉਂਕਿ ਆਪਾਂ ਪੂਰੀ ਹਿਸਟਰੀ ਨਾਲ ਹੀ ਦੱਸੀ ਜਾਂਦੇ ਹਾਂ ਤੁਹਾਨੂੰ, ਠੀਕ ਹੈ। ਜ਼ਿਆਦਾ ਤਾਂ ਨਹੀਂ, ਪਰ ਮੈਕਸਿਮਮ ਲੈਵਲ ਤੁਹਾਨੂੰ ਕਵਰ ਕਰਾ ਰਹੇ ਹਾਂ ਇਹਦੇ ਵਿੱਚ, ਕਲੀਅਰ। ਤਾਂ ਦੇਖੋ 7th ਕੁਐਸਚਨ ਕੀ ਹੈ, ਤਾਂ ਤੁਹਾਡਾ ਫਰਜ਼ ਬਣਦਾ ਹੈ ਲਾਈਕ ਕਰੋ, ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੈ ਤੁਸੀਂ, ਠੀਕ ਹੈ। Who among the following was the founder of the ਅਭਿਨਵ ਭਾਰਤ ਸੁਸਾਇਟੀ? ਅਭਿਨਵ ਭਾਰਤ ਸੁਸਾਇਟੀ ਜਿਹੜੀ ਸੀ, ਕੌਣ ਸੀ ਇਹਦਾ ਫਾਊਂਡਰ? ਸਰਦਾਰ ਭਗਤ ਸਿੰਘ ਜੀ ਸਨ, ਲਾਲਾ ਲਾਜਪਤ ਰਾਏ ਸਨ, ਵਿਨਾਇਕ ਦਮੋਦਰ ਸਾਵਰਕਰ ਸਨ, ਜਾਂ ਚੰਦਰ ਸ਼ੇਖਰ ਆਜ਼ਾਦ ਸਨ। ਤਾਂ ਦੇਖੋ ਦੋਸਤੋ, ਆ ਜੋ ਅਭਿਨਵ ਭਾਰਤ ਸੁਸਾਇਟੀ ਨਾ, ਪਹਿਲਾਂ ਇਸ ਦਾ ਕੀ ਨਾਂ ਸੀ? ਮਿੱਤਰ ਮੇਲਾ। ਕੀ ਨਾਂ ਸੀ? ਮਿੱਤਰ ਮੇਲਾ। ਇਹ 1899 ਦੇ ਵਿੱਚ ਬਣਾਈ ਗਈ ਸੀ, ਮਤਲਬ 1900 ਚੋਂ 1 ਸਾਲ ਘੱਟ, ਠੀਕ ਹੈ। ਤਾਂ 1899 ਦੇ ਵਿੱਚ ਬਣਾਈ ਗਈ ਸੀ। ਕਿਹਨੇ ਬਣਾਈ ਸੀ? ਵਿਨਾਇਕ ਦਮੋਦਰ ਸਾਵਰਕਰ ਸਾਹਿਬ ਨੇ। ਕਿਹਨੇ ਬਣਾਈ ਸੀ? ਵਿਨਾਇਕ ਦਮੋਦਰ ਸਾਵਰਕਰ ਸਾਹਿਬ ਨੇ। ਇਹਨਾਂ ਨੇ ਅੰਡੇਮਾਨ ਨਿਕੋਬਾਰ ਜਿਹੜੀ ਕਾਲਾ ਪਾਣੀ ਦੀ ਜੇਲ੍ਹ ਹੈ, ਉੱਥੇ ਵੀ ਇਹਨਾਂ ਨੂੰ ਰੱਖਿਆ ਗਿਆ ਸੀ, ਠੀਕ ਹੈ। ਇਹ ਚੀਜ਼ ਦਾ ਧਿਆਨ ਰੱਖਣਾ ਹੈ। ਕਿਹਨਾਂ ਨੂੰ ਰੱਖਿਆ ਗਿਆ? ਵਿਨਾਇਕ ਦਮੋਦਰ ਸਾਵਰਕਰ ਨੂੰ। ਐਂਡ ਉਹਨਾਂ ਦੇ ਬ੍ਰਦਰ ਸੀ ਗਣੇਸ਼ ਦਮੋਦਰ ਸਾਵਰਕਰ। ਆਪ ਦਾ ਨਾਂ ਕੀ ਸੀ? ਵਿਨਾਇਕ। ਵਿਨਾਇਕ ਵੀ ਕਿਹਦਾ ਨਾਮ ਹੈ? ਗਣੇਸ਼ ਜੀ ਦਾ ਹੀ ਨਾਮ ਕੀ ਹੈ? ਵਿਨਾਇਕ, ਠੀਕ ਹੈ। ਗਣੇਸ਼ ਵੀ ਕਿਹਦਾ ਨਾਮ ਹੈ? ਗਣੇਸ਼ ਜੀ ਦਾ ਹੀ ਨਾਮ ਹੈ। ਤਾਂ ਦੋਨੇ ਨਾਮ, ਭਰਾਵਾਂ ਦੇ ਦੋਨੇ ਨਾਮ ਦੇਖੋ, ਗਣੇਸ਼ ਜੀ ਦੇ ਨਾਮ ਦੇ ਨੇ ਵਿਨਾਇਕ ਤੇ ਗਣੇਸ਼। ਤੇ ਬਾਅਦ ਚੋਂ ਦਾਮੋਦਰ ਸਾਵਰਕਰ, ਠੀਕ ਹੈ। ਇਹਨਾਂ ਦੋਨਾਂ ਨੇ ਹੀ ਮਿਲ ਕੇ ਅੱਜ ਜੋ ਅਭਿਨਵ ਭਾਰਤ ਸੁਸਾਇਟੀ ਸੀ ਇਹ ਬਣਾਈ ਸੀ। ਬਾਅਦ ਚੋਂ ਜਦੋਂ ਦੋਨੇ ਮਿਲ ਗਏ, ਉਦੋਂ ਇਹਦਾ ਨਾਮ ਮਿੱਤਰ ਮੇਲਾ ਤੋਂ ਕੀ ਰੱਖਤਾ? ਮਿੱਤਰ ਮੇਲਾ ਤੋਂ ਅਭਿਨਵ ਭਾਰਤ ਸੁਸਾਇਟੀ ਰੱਖਤਾ। ਕਦੋਂ? 1904 ਦੇ ਵਿੱਚ। 1899 ਵਿੱਚ ਤਾਂ ਵਿਨਾਇਕ ਦਮੋਦਰ ਸਾਵਰਕਰ ਨੇ ਬਣਾਈ ਸੀ, ਠੀਕ ਹੈ। ਵਿਨਾਇਕ ਦਮੋਦਰ ਸਾਵਰਕਰ VDS, ਫਿਰ ਗਣੇਸ਼ ਦਮੋਦਰ ਸਾਵਰਕਰ GDS। ਜਦੋਂ ਮਿਲ ਕੇ ਤਾਂ 1904 ਦੇ ਵਿੱਚ ਇਹਦਾ ਨਾਂ ਕੀ ਰੱਖਤਾ ਸੀ? ਤਾਂ ਅਭਿਨਵ ਭਾਰਤ ਸੁਸਾਇਟੀ। ਤਾਂ ਦੇਖੋ ਕਿਹਨਾਂ ਨੇ ਕੀਤੀ ਸੀ? ਵਿਨਾਇਕ ਦਮੋਦਰ ਸਾਵਰਕਰ ਸਾਹਿਬ ਨੇ, ਕਲੀਅਰ। ਨੈਕਸਟ ਕੁਐਸਚਨ ਵੱਲ ਮੂਵ ਕਰਦੇ ਹਾਂ ਮਿੱਤਰ ਪਿਆਰਿਓ। ਤਾਂ ਨੈਕਸਟ ਕੁਐਸਚਨ ਹੈ ਆਪਣਾ, ਧਿਆਨ ਨਾਲ ਦੇਖਣਾ ਹੈ ਤੁਸੀਂ ਕੁਐਸਚਨ ਨੂੰ। ਤਾਂ ਦੇਖੋ, with reference to the ਗੋਪਾਲ ਕ੍ਰਿਸ਼ਨ ਗੋਖਲੇ consider the following statements। ਗੋਪਾਲ ਕ੍ਰਿਸ਼ਨ ਗੋਖਲੇ ਜੀ ਤਾਂ ਤੁਸੀਂ ਬਹੁਤ ਨਾਮ ਸੁਣਿਆ ਹੋਏਗਾ, ਠੀਕ ਹੈ। he helped ਗਾਂਧੀ ਜੀ in ਸਾਊਥ ਅਫਰੀਕਾ ਅਗੇਂਸਟ ਕਲਰ ਬਾਰ। ਕਹਿੰਦੇ ਉਹਨਾਂ ਨੇ ਗਾਂਧੀ ਜੀ ਦੀ ਮਦਦ ਕੀਤੀ ਸਾਊਥ ਅਫਰੀਕਾ ਜਾ ਕੇ, ਜਦੋਂ ਗਾਂਧੀ ਜੀ ਨੇ ਮੋਰਚਾ ਖੋਲ੍ਹਿਆ ਹੋਇਆ ਸੀ ਉੱਥੇ ਸਾਊਥ ਅਫਰੀਕਾ ਦੇ ਵਿੱਚ ਕਲਰ ਬਾਰ ਨੂੰ ਲੈ ਕੇ, ਮਤਲਬ ਰੰਗ ਦੇ ਭੇਦ ਤੇ ਲੈ ਕੇ, ਠੀਕ ਹੈ। ਤਾਂ ਇਸ ਚੀਜ਼ ਤੇ ਧਿਆਨ ਦੇਣਾ ਹੈ। ਤਾਂ ਪਹਿਲੀ ਆਪਸ਼ਨ ਸਹੀ ਹੈ ਵੀ 1900 ਲਗਭਗ 8 ਦੀ ਗੱਲ ਹੈ, ਜਦੋਂ ਗੋਪਾਲ ਕ੍ਰਿਸ਼ਨ ਗੋਖਲੇ ਜੀ ਇਹਨਾਂ ਕੋਲ ਗਏ ਸਨ, ਠੀਕ ਹੈ। ਤਾਂ ਇਹਨਾਂ ਨੇ ਮਦਦ ਕੀਤੀ ਸੀ ਗਾਂਧੀ ਜੀ ਦੀ, ਸਹੀ ਗੱਲ ਹੈ ਬਈ, ਠੀਕ ਹੈ। ਹੀ ਇਸਟੈਬਲਿਸ਼ਡ ਦ ਸਰਵੈਂਟਸ ਆਫ ਇੰਡੀਆ ਸੁਸਾਇਟੀ 1905। ਇਹਨਾਂ ਨੇ ਸਰਵੈਂਟਸ ਆਫ ਇੰਡੀਆ ਨਾਂ ਦੀ ਸੁਸਾਇਟੀ ਦੀ ਸਥਾਪਨਾ ਕੀਤੀ 1905। 1905 ਚ ਹੋਰ ਕੀ ਹੋਇਆ ਮਿੱਤਰ ਪਿਆਰਿਓ? ਬੰਗਾਲ ਡਿਵਾਈਡੇਸ਼ਨ। ਕੀ ਹੋਇਆ? ਬੰਗਾਲ ਨੂੰ ਦੋ ਭਾਗਾਂ ਦੇ ਵਿੱਚ ਵੰਡਿਆ ਗਿਆ ਸੀ, ਬੰਗਾਲ ਡਿਵਾਈਡੇਸ਼ਨ, ਠੀਕ ਹੈ। 1905 ਦੇ ਵਿੱਚ ਹੋਇਆ ਸੀ। ਕਿਹਨੇ ਕਰਵਾਈ ਸੀ? ਲਾਰਡ ਕਰਜ਼ਨ ਨੇ। ਕਰਜ਼ਨ ਸੀ, ਲਾਰਡ ਤਾਂ ਕਾਹਦਾ ਸੀ? ਕਰਜ਼ਨ ਸੀ, ਠੀਕ ਹੈ। ਉਸ ਸਮੇਂ ਬੋਲਦੇ ਸੀ ਲਾਰਡ ਕਰਜ਼ਨ, ਤਾਂ ਲਾਰਡ ਆਪਾਂ ਲਿਖ ਦਿੰਦੇ ਹਾਂ, ਬਾਕੀ ਕੋਈ ਲੋੜ ਵਾਲੀ ਗੱਲ ਨਹੀਂ ਸੀ, ਕਰਜ਼ਨ ਸੀ। ਇਹਨੇ ਕੀ ਕਿਹਾ ਕਿ ਬੰਗਾਲ ਨੂੰ ਦੋ ਹਿੱਸਿਆਂ 'ਚ ਵੰਡ ਦਿਓ। ਇੱਕ ਬਣਾਤਾ ਇਹਨਾਂ ਨੇ ਵੈਸਟ ਬੰਗਾਲ, ਇੱਕ ਬਣਾਤਾ ਈਸਟ ਬੰਗਾਲ। ਜਿਹੜਾ ਈਸਟ ਬੰਗਾਲ ਸੀ ਉਹਦਾ ਹੀ ਕੀ ਨਾਮ ਸੀ ਦੋਸਤੋ? ਅੱਜ ਸਾਡੇ ਕੋਲ ਬੰਗਲਾਦੇਸ਼ ਹੈ, ਠੀਕ ਹੈ। ਬੰਗਲਾਦੇਸ਼ ਕਹਿ ਲਓ, ਢਾਕਾ, ਢਾਕਾ ਉਦੋਂ ਕਹਿੰਦੇ ਸਨ, ਠੀਕ ਹੈ। ਤਾਂ ਈਸਟ ਬੰਗਾਲ ਹੋਣਾ, ਵੈਸਟ ਬੰਗਾਲ ਮਤਲਬ ਮਮਤਾ ਬੈਨਰਜੀ ਵਾਲਾ ਜਿਹੜਾ ਹੈ ਉਹ ਕਿਹੜਾ ਹੈ? ਵੈਸਟ ਬੰਗਾਲ ਵਾਲਾ, ਕਲੀਅਰ। ਇਹ ਦੋ ਹਿੱਸਿਆਂ 'ਚ ਵੰਡਤਾ ਸੀ, ਕਲੀਅਰ ਹੋ ਗਿਆ ਵੀ ਸਾਰਿਆਂ ਨੂੰ। ਕਿਹਨੇ? ਲਾਰਡ ਕਰਜ਼ਨ ਨੇ। ਉਸੇ ਸਮੇਂ ਹੀ ਅਸੀਂ ਰਕਸ਼ਾ ਬੰਧਨ ਦਾ ਤਿਉਹਾਰ ਮਨਾਇਆ ਸੀ। ਮਤਲਬ ਕੀ ਸੀ ਇਹਦਾ? ਕਿ ਜਿਹੜੇ ਸੁਰਿੰਦਰਨਾਥ ਜੀ ਬੈਨਰਜੀ ਸਨ, ਸੁਰਿੰਦਰਨਾਥ ਬੈਨਰਜੀ, ਇਹਨਾਂ ਨੇ ਕੀ ਕੀਤਾ? ਮੀਟਿੰਗ ਬੁਲਾਈ ਸੀ, ਠੀਕ ਹੈ। ਮੀਟਿੰਗ ਬੁਲਾਈ ਜਿਹਦੇ ਵਿੱਚ ਇਹਨਾਂ ਨੇ ਕੀ ਕਿਹਾ ਸੀ? ਅਸੀਂ ਰਕਸ਼ਾ ਬੰਧਨ ਮਨਾਵਾਂਗੇ। ਇਸ ਲਈ ਇਹ ਨਹੀਂ ਕਿ ਭਈਆ ਮੇਰੀ ਰਾਖੀ ਕੇ ਬੰਧਨ ਕੋ ਨਿਭਾਣਾ, ਨਹੀਂ। ਇਸ ਲਈ ਕਿ ਅਸੀਂ ਇਹਨਾਂ ਅੰਗਰੇਜ਼ਾਂ ਨੂੰ ਦਿਖਾਵਾਂਗੇ ਕਿ ਸਾਨੂੰ ਇਹ ਡਿਵਾਈਡ ਕਰਨਾ ਚਾਹੁੰਦੇ ਨੇ, ਕਿਉਂਕਿ ਦੋ ਹਿੱਸੇ 'ਚ ਵੰਡਿਆ ਮਤਲਬ ਕੀ ਸੀ? ਕਿ ਬੰਗਾਲ ਡਿਵਾਈਡੇਸ਼ਨ ਕਰਨਾ ਮਤਲਬ ਕੀ ਸੀ? ਫੁੱਟ ਪਾਓ ਤੇ ਰਾਜ ਕਰੋ, ਠੀਕ ਹੈ। ਤੇ ਇਹਨਾਂ ਨੇ ਕਿਹਾ ਅਸੀਂ ਇੱਕ ਦੂਜੇ ਨੂੰ ਰੱਖੜੀਆਂ ਬੰਨਾਂਗੇ, ਜਿਸ ਤੋਂ ਅਸੀਂ ਅੰਗਰੇਜ਼ਾਂ ਨੂੰ ਆਪਣੀ ਕੀ ਦਿਖਾਵਾਂਗੇ? ਏਕਤਾ, ਕਲੀਅਰ, ਏਕਤਾ ਦਿਖਾਵਾਂਗੇ। ਇਹ ਜੋ ਮਤਾ ਸੀ ਇਹ ਵੀ ਕਿਹਦੇ ਵੱਲੋਂ ਆਇਆ ਸੀ? ਡਾਕਟਰ ਗੁਰੂ ਰਵਿੰਦਰਨਾਥ ਟੈਗੋਰ ਜੀ ਵੱਲੋਂ, ਗੁਰੂ ਰਵਿੰਦਰਨਾਥ ਟੈਗੋਰ ਵੱਲੋਂ, ਠੀਕ ਹੈ, ਉਸ ਸਮੇਂ।
ਤਾਂ ਉਸ ਸਮੇਂ ਹੀ ਉਹਨਾਂ ਨੇ ਜੋ ਬੰਗਲਾਦੇਸ਼ ਦਾ ਜੋ ਅੱਜ ਰਾਸ਼ਟਰੀ ਗਾਨ ਹੈ ਅਮਾਰ ਸੁਨਾਰ ਬਾਂਗਲਾ ਉਦੋਂ ਲਿਖਿਆ ਸੀ ਇਹਨਾਂ ਨੇ, ਠੀਕ ਹੈ, ਗੁਰੂ ਰਵਿੰਦਰਨਾਥ ਟੈਗੋਰ ਨੇ। ਇਸ ਚੀਜ਼ ਦਾ ਧਿਆਨ ਦੇਣਾ ਤੁਸੀਂ। 1905 ਦੇ ਵਿੱਚ ਹੋਈ ਬੰਗਾਲ ਡਿਵਾਈਡੇਸ਼ਨ, 2 ਹਿੱਸਿਆਂ 'ਚ। ਕਲੀਅਰ ਹੋ ਗਿਆ ਵੀ ਸਾਰਿਆਂ ਨੂੰ। ਫਿਰ 1911 ਦੇ ਵਿੱਚ ਜਾਰਜ ਪੰਚਮ ਆਇਆ ਸੀ, ਜਾਰਜ ਫਿਫਥ, ਠੀਕ ਹੈ। ਉਹਨੇ ਕੀ ਕਰਤਾ ਸੀ, ਜਾਰਜ ਫਿਫਥ ਆਇਆ, ਉਹਨੇ ਕੀ ਕੀਤਾ ਕਿ ਇਸ ਜਿਹੜੇ ਡਿਵਾਈਡੇਸ਼ਨ ਸੀ ਬੰਗਾਲ ਦੇ, ਇਹਨੂੰ ਰੱਦ ਕਰਤਾ, ਠੀਕ ਹੈ। ਤੇ ਦਿੱਲੀ ਨੂੰ ਰਾਜਧਾਨੀ ਬਣਾਤਾ ਸੀ ਭਾਰਤ ਦੇਸ਼ ਦੀ। ਪਹਿਲਾਂ ਕਿਹੜੀ ਸੀ, ਕਲਕੱਤਾ। ਕਲਕੱਤਾ ਤੋਂ ਕਿਹੜੀ ਕਰਤੀ, ਦਿੱਲੀ ਕਰਤੀ, ਠੀਕ ਹੈ, ਕਲਕੱਤਾ ਟੂ ਦਿੱਲੀ। ਤਾਂ 12 ਦਸੰਬਰ 1911 'ਚ ਸਾਡੀ ਰਾਜਧਾਨੀ ਬਣ ਗਈ ਸੀ ਦਿੱਲੀ। ਕਲੀਅਰ ਹੋ ਗਿਆ ਵੀ ਸਾਰਿਆਂ ਨੂੰ। ਜਾਰਜ ਪੰਚਮ ਆਇਆ ਸੀ, ਜਾਰਜ ਫਿਫਥ ਕਹਿ ਲਓ, ਆਪਦੀ ਜੋ ਵਾਈਫ ਕਹਿ ਲਓ ਵਿਲੀਅਮ ਮੈਰੀ ਨਾਲ। ਕਿਹਦੇ ਨਾਲ ਆਇਆ ਸੀ, ਵਿਲੀਅਮ ਮੈਰੀ, ਵਿਲੀਅਮ ਮੈਰੀ ਸੀ ਉਹਦਾ ਨਾਮ, ਠੀਕ ਹੈ, ਮੈਰੀ ਨਾਲ ਆਇਆ ਸੀ, ਠੀਕ ਹੈ, ਮੈਰਿਡ ਸੀ ਤਾਂ ਮੈਰੀ ਨਾਲ ਆਇਆ ਸੀ। ਕਲੀਅਰ। 1911 'ਚ ਰਾਜਧਾਨੀ ਬਣੀ ਸੀ ਸਾਡੀ ਦਿੱਲੀ ਜੋ ਸੀ। ਇਸ ਚੀਜ਼ ਦਾ ਧਿਆਨ ਰੱਖਣਾ ਹੈ। ਤੇ ਕਿਹਨਾਂ ਨੇ ਏਕਤਾ ਨੂੰ ਸ਼ੋਅ ਕੀਤਾ ਸੀ ਇੱਥੇ, ਸੁਰਿੰਦਰ ਨਾਥ ਜੀ ਬੈਨਰਜੀ ਨੇ। ਕਲੀਅਰ। ਇਸ ਤੋਂ ਬਾਅਦ ਜਿਹੜੀ ਕਾਂਗਰਸ ਸੀ ਉਹ ਵੀ ਦੋਸਤੋ 2 ਹਿੱਸਿਆਂ 'ਚ ਵੰਡੀ ਗਈ ਸੀ, ਠੀਕ ਹੈ। ਇੱਕ ਨਰਮ ਦਲ ਬਣ ਗਿਆ ਸੀ, ਇੱਕ ਗਰਮ ਦਲ ਬਣ ਗਿਆ ਸੀ। ਨਰਮ ਦਲ ਤੇ ਇੱਕ ਗਰਮ ਦਲ ਬਣ ਗਿਆ ਸੀ। ਨਰਮ ਦਲ ਦੇ ਵਿੱਚ ਹੀ ਕੌਣ ਸਨ, ਹੁਣੇ ਤੁਹਾਨੂੰ ਪੜ੍ਹਾਇਆ ਸੀ, ਗੋਪਾਲ ਕ੍ਰਿਸ਼ਨ ਗੋਖਲੇ ਜੀ। ਇਹ ਕਿਹੜੇ 'ਚ ਸਨ, ਨਰਮ ਦਲ ਦੇ ਵਿੱਚ, ਜਿਨ੍ਹਾਂ ਨੂੰ ਇੰਗਲਿਸ਼ ਕੀ ਕਹਿੰਦੇ ਸਨ, ਮੋਡਰੇਟ। ਮੋਡਰੇਟ ਕੀ ਕਹਿੰਦੇ ਸਨ, ਮੋਡਰੇਟ। ਕਲੀਅਰ। ਤੇ ਗਰਮ ਦਲ ਵਾਲਿਆਂ ਨੂੰ ਕੀ ਕਹਿੰਦੇ ਸਨ, ਐਕਸਟ੍ਰੀਮਿਸਟ। ਐਕਸਟ੍ਰੀਮਿਸਟ। ਕਲੀਅਰ। ਤਾਂ 2 ਹਿੱਸਿਆਂ 'ਚ ਵੰਡ ਗਿਆ ਸੀ, ਜਿਹਦੇ 'ਚ ਐਕਸਟ੍ਰੀਮਿਸਟ ਜਿਹੜੇ ਸੀ ਗਰਮ ਦਲ ਵਾਲੇ, ਇਹਦੇ 'ਚ ਕੌਣ ਸੀ, ਲਾਲ ਬਾਲ ਤੇ ਪਾਲ। ਲਾਲਾ ਲਾਜਪਤ ਰਾਏ, ਬਾਲ ਗੰਗਾਧਰ ਤਿਲਕ, ਠੀਕ ਹੈ। ਕੌਣ ਕੌਣ ਸੀ, ਲਾਲਾ ਲਾਜਪਤ ਰਾਏ ਸੀ, ਬਾਲ ਗੰਗਾਧਰ ਤਿਲਕ ਸੀ, ਠੀਕ ਹੈ। ਤਾਂ ਲਾਲ ਬਾਲ ਤੇ ਵਿਪਿਨ ਚੰਦਰ ਪਾਲ, ਵਿਪਿਨ ਚੰਦਰ ਪਾਲ ਸੀ, ਠੀਕ ਹੈ। ਤਿੰਨੇ ਸੀਗੇ, ਲਾਲ ਬਾਲ ਐਂਡ ਪਾਲ। ਇਸ ਨਾਂ ਨਾਲ ਇਹਨਾਂ ਨੂੰ ਜਾਣਿਆ ਜਾਂਦਾ। ਪੁੱਛਿਆ ਜਾਂਦਾ ਹੁੰਦਾ ਕੁਐਸਚਨ, ਲਾਲ ਬਾਲ ਤੇ ਪਾਲ। ਲਾਲ ਕਿਹਨੂੰ ਕਿਹਾ ਜਾਂਦਾ, ਤਾਂ ਲਾਲਾ ਲਾਜਪਤ ਰਾਏ ਨੂੰ। ਕਿਹਨੂੰ, ਲਾਲਾ ਲਾਜਪਤ ਰਾਏ ਜੀ ਨੂੰ, ਠੀਕ ਹੈ। ਬਾਲ ਕਿਹਨੂੰ ਕਿਹਾ ਜਾਂਦਾ, ਬਾਲ ਗੰਗਾਧਰ ਤਿਲਕ ਜੀ ਨੂੰ, ਠੀਕ ਹੈ। ਫਿਰ ਪਾਲ ਕਿਹਨੂੰ ਕਿਹਾ ਜਾਂਦਾ, ਵਿਪਿਨ ਚੰਦਰ ਪਾਲ ਜੀ ਨੂੰ। ਕਲੀਅਰ। ਵਿਪਿਨ ਚੰਦਰ ਪਾਲ, ਠੀਕ ਹੈ ਵੀ। ਤਾਂ ਇਹ ਸੀ ਸਾਡੇ ਕੁਐਸਚਨ। ਦੇਖੋ, ਹੀ ਵਾਜ਼ ਰਿਗਾਰਡਡ ਬਾਈ ਮਹਾਤਮਾ ਗਾਂਧੀ ਐਜ਼ ਅ ਪੋਲੀਟੀਕਲ ਗੁਰੂ। ਤਾਂ ਇਹ ਵੀ ਕੁਐਸਚਨ ਆਉਂਦਾ ਹੁੰਦਾ, ਮਹਾਤਮਾ ਗਾਂਧੀ ਜੀ ਦੇ ਪੋਲੀਟੀਕਲ ਗੁਰੂ ਕੌਣ ਸਨ, ਤਾਂ ਗੋਪਾਲ ਕ੍ਰਿਸ਼ਨ ਗੋਖਲੇ ਜੀ ਸਨ। ਗੋਪਾਲ ਕ੍ਰਿਸ਼ਨ ਗੋਖਲੇ ਜੀ। ਤਾਂ ਤਿੰਨੋਂ ਹੀ ਆਪਸ਼ਨ ਸਾਡੀਆਂ ਕੀ ਨੇ ਦੋਸਤੋ, ਰਾਈਟ ਨੇ। ਤੇ ਇਹਨਾਂ ਨੇ ਉਦੋਂ ਗਾਂਧੀ ਜੀ ਨੂੰ ਸੱਦਿਆ ਸੀ ਵੀ ਤੁਸੀਂ ਇੰਡੀਆ 'ਚ ਆਓ ਤੇ ਆਪਾਂ ਅੰਗਰੇਜ਼ਾਂ ਦੇ ਖਿਲਾਫ ਕੋਈ ਕਾਰਵਾਈ ਕਰੀਏ, ਠੀਕ ਹੈ। ਤਾਂ ਹੀ ਗਾਂਧੀ ਜੀ 1915 ਦੇ ਵਿੱਚ ਕਿੱਥੇ ਆਏ ਸਨ, ਇੰਡੀਆ ਦੇ ਵਿੱਚ ਵਾਪਸ ਪਰਤੇ ਸਨ, ਸਾਊਥ ਅਫਰੀਕਾ ਤੋਂ, ਦੱਖਣੀ ਅਫਰੀਕਾ ਤੋਂ। ਕਲੀਅਰ ਹੈ ਵੀ। ਇਸ ਤੋਂ ਬਾਅਦ ਆਪਾਂ ਕਰਾਂਗੇ ਨੈਕਸਟ ਲੈਕਚਰ 'ਚ। ਜੇ ਤੁਹਾਨੂੰ ਵਧੀਆ ਲੱਗਿਆ ਦੋਸਤੋ ਤਾਂ ਤੁਹਾਨੂੰ ਪਤਾ ਹੀ ਹੈ ਕਿ ਲਾਈਕ, ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਸ਼ੇਅਰ ਕਰਨਾ ਹੈ। ਇੰਨੀ ਹਿਸਟਰੀ ਤੁਹਾਨੂੰ ਬਹੁਤ ਡਿਟੇਲ ਨਾਲ ਕਰਵਾਈ ਆਪਾਂ, ਠੀਕ ਹੈ। ਤੁਸੀਂ ਕੰਪੈਰੀਜ਼ਨ ਕਰ ਸਕਦੇ ਹੋ। ਤੇ ਬਾਕੀ ਜਿਨ੍ਹਾਂ ਮਿੱਤਰ ਪਿਆਰਿਆਂ ਨੇ ਆਪਣਾ ਪੇਡ ਕੋਰਸ ਲੈਣਾ ਹੈ, ਪੇਡ ਕੋਰਸ ਜਿਨ੍ਹਾਂ ਨੇ ਵੀ ਲੈਣਾ ਤਾਂ ਦੋਸਤੋ ਆਪਣੇ ਨਾਲ ਕੰਟੈਕਟ ਕਰ ਸਕਦਾ ਹੈ ਉਹ, ਠੀਕ ਹੈ। ਆਪਾਂ ਡਿਸਕ੍ਰਿਪਸ਼ਨ 'ਚ ਨੰਬਰ ਪਾ ਦਿਆਂਗੇ ਆਪਣਾ। ਤੇ ਆਪਣਾ ਬੈਚ ਮਿਲੇਗਾ ਤੁਹਾਨੂੰ ਸਿਰਫ 999 ਰੁਪਏ ਦਾ ਦੋਸਤੋ। ਕਿੰਨੇ ਦਾ, ਸਿਰਫ 999 ਰੁਪਏ ਦਾ। ਤੇ ਤੁਸੀਂ ਆਪਣੇ ਬੈਚ ਲੈ ਸਕਦੇ ਹੋ। ਕਿਸੇ ਵੀ ਤਰ੍ਹਾਂ ਤੁਸੀਂ ਤਿਆਰੀ ਕਰ ਰਹੇ ਹੋ ਪੰਜਾਬ ਦੀ ਤਾਂ ਉਹ ਤੁਸੀਂ ਆਪਣਾ ਬੈਚ ਲੈ ਸਕਦੇ ਹੋ, ਔਨਲਾਈਨ ਵੀ ਐਂਡ ਆਫਲਾਈਨ ਵੀ। ਧੰਨਵਾਦ ਦੋਸਤੋ। ਫਿਰ ਮਿਲਾਂਗੇ ਨੈਕਸਟ ਲੈਕਚਰ ਦੇ ਵਿੱਚ। ਤਦ ਤੱਕ ਜੈ ਹਿੰਦ। ਆਪਣੀ ਤਿਆਰੀ ਬਰਕਰਾਰ ਰੱਖੋ ਤੇ ਹਮੇਸ਼ਾ ਅੱਗੇ ਵੱਲ ਵੱਧਦੇ ਰਹੋ।